ਸਰਕਾਰੀ ਅੰਕੜਿਆਂ ਦਾ ਜਲੂਸ ਕੱਢਣਾ ਸ਼ੁਰੂ ਕੀਤਾ ਅਖਬਾਰ ਸਮੂਹ ਨੇ। ਪੈਗਾਸਸ ਸਪਾਈਵੇਅਰ ਦੀ ਜਿਸ ਦਿਨ ਚਰਚਾ ਹੁੰਦੀ ਹੈ ਉਸ ਦਿਨ ਹਿੰਦੁਸਤਾਨ ਦੀ ਇੱਕਮਾਤਰ ਇਹ ਅਖਬਾਰ ਸੀ ਜਿਹਦੇ ਪਹਿਲੇ ਪੇਜ ਤੇ ਪੈਗਾਸਸ ਦੀ ਸਾਰੀ ਜਾਣਕਾਰੀ ਡਿਟੇਲ ਸੀ। ਬਾਕੀਆਂ ਨੇ ਦੂਜੇ ਦਿਨ ਲਾਈ। ਇੱਕ ਲਾਈਨ ਜਿਹੜੀ ਆ ਟੀਵੀ ਤੇ ਚਲਾਈ ਆ ਉਹ ਬੜੀ ਖੂਬਸੂਰਤ ਸੀ ਕਿ ਭਾਸਕਰ ਵਿੱਚ ਚੱਲੇਗੀ ਪਾਠਕਾਂ ਦੀ ਮਰਜ਼ੀ। ਭਾਸਕਰ ਸੰਸਕ੍ਰਿਤ ਦਾ ਸ਼ਬਦ ਆ ਜਿਹਦਾ ਮਤਲਬ ਸੂਰਜ ਹੁੰਦਾ। ਆਸਟ੍ਰੇਲੀਆ ਦੀਆਂ ਜਿੰਨੀਆਂ ਵੱਡੀਆਂ ਅਖਬਾਰਾਂ ਸਾਰੀਆਂ ਅਖਬਾਰਾਂ ਨੇ ਆਪਣੇ ਪਹਿਲੇ ਪੰਨੇ ਨੂੰ ਖਾਲੀ ਛਾਪਿਆ। 150 ਸਾਲ ਪੁਰਾਣੀ ਅਖਬਾਰ ਸੀ ਦਾ ਬੋਸਟਨ ਗਲੋਬ। ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਘੱਟ ਤੋਂ ਘੱਟ ਅਮਰੀਕਾ ਦੀਆਂ 300 ਅਖਬਾਰਾਂ ਦੇ ਐਡੀਟੋਰੀਅਲ ਛਾਪੇ ਜਿਨ੍ਹਾਂ ਦਾ ਸਿਰਲੇਖ ਸੀ ਪੱਤਰਕਾਰ ਤੁਹਾਡੇ ਦੁਸ਼ਮਣ ਨਹੀਂ। ਮੋਦੀ ਸਰਕਾਰ ਨੇ 500 ਕਰੋੜ ਤੋਂ ਜ਼ਿਆਦਾ ਰੁਪਈਆ ਉਹਨਾਂ ਦੇ ਸੂਚਨਾ ਪ੍ਰਸਾਰਣ ਵਿਭਾਗ ਨੇ ਇਹਨਾਂ ਕਾਨੂੰਨਾਂ ਦੇ ਸਹੀ ਹੋਣ ਤੇ ਖਰਚ। ਅੱਜ ਕੱਲ੍ਹ ਹਰ ਤੀਜੇ ਬੰਦੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੁੰਦਾ। ਸਿਰਫ ਵਿਰੋਧ ਕਰਨ ਦੇ ਉੱਤੇ ਹੀ ਤੁਸੀਂ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿੱਤਾ। ਫਿਰ ਉਹਨਾਂ ਨੇ ਗੱਲ ਕੀਤੀ ਕਿ ਬੀਤੀ ਸਰਕਾਰ ਜਿਹੜੀ ਗੱਦੀਓਂ ਲੱਥੀ ਸੀ ਉਹਨਾਂ ਦੇ ਨਾਂ ਤੇ ਜਿਹੜਾ ਨਸ਼ਾ ਬੋਲਦਾ ਆ ਉਹ ਵੀ ਇੱਕ ਮੁੱਦਾ ਸੀ। ਜੇ ਤੁਸੀਂ ਇਹੀ ਰਾਸ਼ੀ 6.5 ਕਰੋੜ ਰੁਪਏ ਜਿਹੜਾ ਗੋਲਡ ਮੈਡਲ ਵਾਲਿਆਂ ਨੂੰ ਦੇਣਾ ਆ, ਜੇ ਤੁਸੀਂ ਇੱਕ ਜ਼ਿਲ੍ਹੇ ਨੂੰ ਵੀ ਇੰਨੇ ਪੈਸੇ ਦੇ ਦਿਓ, ਪਰ ਇਹ ਪੈਸੇ ਤੁਸੀਂ ਆਪਣੀ ਮਸ਼ਹੂਰੀ ਲਈ ਨਾ ਦਿਓ, ਖਿਡਾਰੀਆਂ ਨੂੰ ਉਹਨਾਂ ਦਾ ਵਾਤਾਵਰਣ ਦਿਓ, ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਦੀਆਂ ਆ ਉਹ ਚੀਜ਼ਾਂ ਦਿਓ, ਕੋਚ ਦਿਓ। ਗੰਗਾ ਦੀ ਸਫਾਈ ਲਈ ਜਿਹੜਾ ਨਮਾਮੀ ਗੰਗੇ ਪ੍ਰੋਜੈਕਟ ਭਾਰਤ ਸਰਕਾਰ ਨੇ ਸ਼ੁਰੂ ਕੀਤਾ ਉਹਦੇ ਉੱਤੇ ਹੀ ਇਹ 30-40 ਹਜ਼ਾਰ ਕਰੋੜ ਰੁਪਈਆ ਖਰਚ ਚੁੱਕਿਆ ਤੇ ਗੰਗਾ ਫੇਰ ਨਹੀਂ ਸਾਫ਼ ਹੋਈ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਮਾਹਿਰ ਮਹਿਮਾਨ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਸਿੱਧੂ ਦੀ ਤਾਜ਼ਪੋਸ਼ੀ ਦੀ। ਕਿਸਾਨਾਂ ਨੇ ਜਿਹੜੀ ਕੱਲ ਕਿਸਾਨ ਸੰਸਦ ਲਗਾਈ ਸੀ ਉਹਦੀ ਗੱਲ ਕਰਾਂਗੇ ਤੇ ਇਸ ਤੋਂ ਇਲਾਵਾ ਮੀਡੀਆ ਅਦਾਰਿਆਂ ਤੇ ਜਿਹੜੀ ਛਾਪੇਮਾਰੀ ਹੋ ਰਹੀ ਹੈ, ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਵਿੱਚ। ਕੀ ਹਾਲ ਚਾਲ ਹੈ? ਬਹੁਤ ਵਧੀਆ, ਤੁਸੀਂ ਸੁਣਾਓ? ਬਸ ਠੀਕ ਠਾਕ ਜੀ। ਮੀਂਹ ਤੁਸੀਂ ਥੋੜਾ ਜਿਹਾ ਪਵਾ ਕੇ ਹਟ ਜਾਂਦੇ ਆ, ਬਰਸਾਤ ਇੱਕ ਵਾਰ ਚੰਗੀ ਤਰ੍ਹਾਂ ਕਰਵਾ ਦਿਓ। ਤੁਸੀਂ ਦੇਖਿਆ ਨਹੀਂ ਬਾਕੀ ਥਾਵਾਂ ਤੇ ਕੀ ਕੁਝ ਹੋ ਰਿਹਾ? ਕਿਸੇ ਦੇ ਗੱਲ ਦਾ ਫਾਹਾ ਵੀ ਬਣ ਰਹੀ ਆ, ਛੱਤਾਂ ਡਿੱਗ ਰਹੀਆਂ ਨੇ। ਸਿਰਫ ਕਿਸਾਨੀ ਲਈ ਇਹ ਬਰਸਾਤ ਚੰਗੀ ਸੀ, ਕੁਝ ਸਾਡੇ ਵਰਗੇ ਲੋਕਾਂ ਲਈ ਵੀ ਚੰਗੀ ਸੀ, ਬਟ ਜਿਹੜੇ ਪਹਾੜੀ ਇਲਾਕਿਆਂ 'ਚ ਲੋਕ ਰਹਿੰਦੇ ਨੇ ਦੇਖਿਆ ਹੀ ਆਪਾਂ ਉਹਨਾਂ ਵਿਚਾਰਿਆਂ ਦਾ ਕੀ ਹਾਲ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾ ਮੁੱਦਾ ਵਿਚਾਰਦੇ ਹਾਂ ਮੀਡੀਆ ਦੀ ਜਿਹੜੀ ਛਾਪੇਮਾਰੀ ਹੋਈ ਹੈ, ਕੁਝ ਅਖਬਾਰੀ ਸੰਸਥਾਵਾਂ ਤੇ ਜਿਹੜੀ ਛਾਪੇਮਾਰੀ ਹੋਈ ਆ ਉਹ ਕਿਉਂ ਹੋਈ ਆ? ਤੁਸੀਂ ਤੇ ਮੇਰਾ ਸਵਾਲ ਹੀ ਖਤਮ ਕਰਤਾ ਕਿ ਬਾਰਿਸ਼ ਦੀ ਲੋੜ ਹੀ ਹੈ ਨਹੀਂ ਕਿਉਂਕਿ ਲੋਕ ਉਹਦੇ ਨੁਕਸਾਨ 'ਚ ਆਏ ਜਾਂਦੇ ਨੇ ਜੀ। ਪਰ ਨਹੀਂ, ਬਰਸਾਤ ਦੀ ਜਾਂ ਚੰਗੀ ਬਰਸਾਤ ਦੀ ਕਿਸਾਨੀ ਲਈ ਵੀ ਤੇ ਆਮ ਜਨ ਜੀਵਨ ਲਈ ਵੀ ਬਹੁਤ ਲੋੜ ਹੈ ਕਿਉਂਕਿ ਸਾਡਾ ਜਿਹੜਾ ਧਰਤੀ ਦਾ ਤਾਪਮਾਨ ਆ ਤੇ ਮੌਸਮ ਦਾ ਬਦਲਣਾ ਆ ਉਹ ਸਾਰਾ ਕੁਝ ਇਹਨਾਂ ਦਿਨਾਂ ਦੇ ਚੰਗੇ ਬਾਰਿਸ਼ ਤੇ ਹੀ ਨਿਰਭਰ ਕਰਦਾ ਆ। ਚਲੋ ਫਿਰ ਵੀ ਤੁਸੀਂ ਕਹਿੰਦੇ ਆ ਤੇ ਮੰਨ ਲੈਂਦੇ ਆਪਾਂ ਤੁਹਾਡੀ ਗੱਲ। ਜਦੋਂ ਮੈਂ ਖਬਰਾਂ ਪੜ੍ਹਦੀ ਆ ਤੇ ਮੇਰੇ ਕੋਲ ਹਾਲਾਤ ਕਈ ਵਾਰੀ ਦੇਖੇ ਨਹੀਂ ਜਾਂਦੇ ਜਿੱਥੇ ਹੜ੍ਹ ਵਾਲੇ ਵਰਗੇ ਹਾਲਾਤ ਹੋ ਜਾਂਦੇ ਨੇ। ਬਿਲਕੁਲ, ਪਰ ਉਹਦੇ ਲਈ ਆਪਾਂ ਬਰਸਾਤ ਨੂੰ ਜ਼ਿੰਮੇਵਾਰ ਨਾ ਠਹਿਰਾ ਕੇ ਜਿਹੜਾ ਸਾਡਾ ਤੰਤਰ ਆ, ਸਾਡਾ ਜਿਹੜਾ ਪ੍ਰਸ਼ਾਸਨ ਆ ਜਾਂ ਕੁਝ ਲੋਕਾਂ ਦੀਆਂ ਵੀ ਕਈ ਵਾਰ ਜਿਹੜੀਆਂ ਆਪਣੀਆਂ ਵੀ ਗਲਤੀਆਂ ਆ ਉਹ ਵੀ ਜ਼ਿੰਮੇਵਾਰ ਨੇ। ਬਿਲਕੁਲ ਜੀ। ਤੁਸੀਂ ਗੱਲ ਕਰਦੇ ਆ ਭਾਰਤ ਸਰਕਾਰ ਦੀ ਇੱਕ ਛਾਪੇਮਾਰੀ ਹੋਈ ਹੈ ਜਿਹੜੀ ਇਨਕਮ ਟੈਕਸ ਡਿਪਾਰਟਮੈਂਟ ਤੇ ਈਡੀ ਵੱਲੋਂ, ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੀਡੀਆ ਅਦਾਰਿਆਂ ਦੇ ਉੱਤੇ। ਲੋਕਤੰਤਰ ਦਾ ਚੌਥਾ ਸਤੰਭ ਕਿਹਾ ਜਾਂਦਾ ਮੀਡੀਆ ਨੂੰ ਜੀ, ਤੇ ਇਹਦੀ ਜਿਹੜੀ ਜ਼ਿੰਮੇਵਾਰੀ ਆ ਇਹ ਬਹੁਤ ਤਗੜੀ ਆ ਜੇ ਇਹਨੂੰ ਸਹੀ ਤਰੀਕੇ ਨਾਲ ਨਿਭਾਉਣ ਤੇ। ਹਮੇਸ਼ਾ ਹੀ ਇਸ ਗੱਲ ਦੀ ਜਿਹੜੀ ਤਸ਼ਬੀਹ ਲੋਕ ਕਰਦੇ ਨੇ ਕਿ ਲੋਕਾਂ ਤੱਕ ਜਿਹੜਾ ਜੋ ਹੋ ਰਿਹਾ, ਸਰਕਾਰ ਕੀ ਕਰ ਰਹੀ ਆ, ਤੰਤਰ ਕੀ ਕਰ ਰਿਹਾ, ਸਮਾਜ 'ਚ ਕੀ ਹੋ ਰਿਹਾ, ਸਾਡੀਆਂ ਅੱਖਾਂ ਤੋਂ ਪਰੇ ਜਿੰਨੀ ਦੁਨੀਆ ਆ ਉੱਥੇ ਕੀ ਹੋ ਰਿਹਾ, ਉਹ ਸਾਡੇ ਤੱਕ ਜਿਹੜੀ ਖਬਰ ਆ ਉਹ ਇਹ ਜਿਹੜਾ ਮੀਡੀਆ ਆ ਉਹੀ ਪਹੁੰਚਾਉਂਦਾ ਹੈ। ਤੇ ਇਹਨਾਂ ਅਦਾਰਿਆਂ ਦਾ ਜਿਹੜੀ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਨਿਰਪੱਖ ਹੋ ਕੇ, ਬੈਲੈਂਸ ਹੋ ਕੇ, ਰੈਸ਼ਨਲ ਹੋ ਕੇ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖਣ ਤੇ ਲੋਕ ਆਪਣੇ ਆਪ ਫੈਸਲਾ ਕਰ ਲੈਣ ਕਿ ਉਹ ਜਿਹੜੀ ਗੱਲ ਆ ਉਹ ਕਿਹੋ ਜਿਹੀ ਆ, ਖੱਬੇ ਪੱਖੀ ਆ, ਸੱਜੇ ਪੱਖੀ ਆ, ਸੱਚੀ ਆ, ਝੂਠੀ ਆ ਜਾਂ ਰੈਸ਼ਨਲ ਆ। ਜਿਵੇਂ ਵੀ ਗੱਲ ਉਹਨਾਂ ਨੂੰ ਸਮਝ ਲੱਗਦੀ ਆ ਜਾਂ ਜਿਵੇਂ ਸਹੀ ਹੋਵੇ ਉਵੇਂ ਉਹ ਦੱਸਣ ਜੀ। ਬਹੁਤ ਵਾਰ ਜਿਹੜੀ ਅਸੀਂ ਇਹ ਗੱਲ ਕਰਦੇ ਹਾਂ ਕਿ ਪਾਵਰ ਕਰਪਟਸ ਦਾ ਮੈਨ ਤੇ ਐਬਸੋਲੂਟ ਪਾਵਰ ਕਰਪਟਸ ਹਿਮ ਐਬਸੋਲੂਟਲੀ। ਇਹ ਕਿਸੇ ਬਹੁਤ ਵੱਡੇ ਅਮਰੀਕਾ ਦੇ ਇੱਕ ਲੀਡਰ ਦੀ ਗੱਲ ਆ ਕਿ ਜਿਹੜੀ ਸੱਤਾ ਆ ਉਹ ਤੁਹਾਨੂੰ ਭ੍ਰਸ਼ਟ ਕਰ ਦਿੰਦੀ ਹੈ ਤੇ ਜਿੰਨੀ ਜ਼ਿਆਦਾ ਸੱਤਾ ਤੁਹਾਡੇ ਕੋਲ ਆਈ ਜਾਂਦੀ ਆ ਓਨੇ ਹੀ ਤੁਸੀਂ ਵੱਧ ਭ੍ਰਸ਼ਟ ਹੋਈ ਜਾਂਦੇ। ਹੁਣ ਤੁਸੀਂ ਸੋਚੋਗੇ ਗੱਲ ਤੇ ਅਸੀਂ ਕਰਦੇ ਸੀ ਮੀਡੀਆ ਅਦਾਰਿਆਂ ਤੇ ਹਮਲੇ ਦੀ, ਤੇ ਫਿਰ ਸੱਤਾ ਕਿੱਥੋਂ ਆ ਗਈ? ਜਦੋਂ ਅਸੀਂ ਸੱਤਾ 'ਚ ਆਉਂਦੇ ਹਾਂ ਤੇ ਫਿਰ ਸਾਨੂੰ ਲੱਗਦਾ ਹੈ ਕਿ ਅਸੀਂ ਇੱਥੇ ਹੀ ਬਣੇ ਰਹੀਏ, ਇਸ ਤੋਂ ਇੱਧਰ ਉੱਧਰ ਨਾ ਹੋਈਏ।
ਤੇ ਸਭ ਤੋਂ ਮਾੜੀ ਗੱਲ ਹੁੰਦੀ ਆ ਕਿ ਉਸ ਸੱਤਾ ਦੇ ਨਸ਼ੇ ਦੇ ਵਿੱਚ ਜਦੋਂ ਅਸੀਂ ਆਪਣੀ ਰਾਜਗੱਦੀ ਤੇ ਬੈਠਦੇ ਹਾਂ ਤੇ ਕੋਈ ਬੰਦਾ ਤੁਹਾਨੂੰ ਤੁਹਾਡਾ ਸ਼ੀਸ਼ਾ ਦਿਖਾਵੇ, ਕੋਈ ਬੰਦਾ ਤੁਹਾਨੂੰ ਤੁਹਾਡੀਆਂ ਕਮਜ਼ੋਰੀਆਂ ਦਿਖਾਵੇ ਤੇ ਫਿਰ ਬੜਾ ਦੁੱਖ ਲੱਗਦਾ। ਅਸੀਂ ਅਤੀਤ ਦੇ ਵਿੱਚ ਜਦੋਂ ਚਲੇ ਜਾਈਏ, ਜੇ ਅਸੀਂ ਚਾਣਕਿਆ ਦੇ ਦੌਰ ਦੀ ਗੱਲ ਕਰੀਏ ਤੇ ਜਦੋਂ ਮਗਧ ਦੇ ਸਮਰਾਟ ਧਨਾਨੰਦ ਅਯਾਸ਼ੀ 'ਚ ਡੁੱਬਾ ਸੀ, ਉਹਨੂੰ ਰਾਜ ਭਾਗ ਦਾ ਕੋਈ ਫਿਕਰ ਨਹੀਂ ਸੀ ਤੇ ਚਾਣਕਿਆ ਨਾਂ ਦਾ ਇੱਕ ਟੀਚਰ, ਇੱਕ ਉਹਦੇ ਕੋਲ ਉਹਦੇ ਰਾਜ ਦੇ ਵਿੱਚ ਇੱਕ ਯੂਨੀਵਰਸਿਟੀ, ਇੱਕ ਸਿੱਖਿਆ ਅਦਾਰਾ ਚਲਾਉਣ ਵਾਲਾ ਬੰਦਾ ਜਦੋਂ ਉਹਨੂੰ ਆ ਕੇ ਕਹਿੰਦਾ ਸੀ ਕਿ ਧਨਾਨੰਦ ਧਿਆਨ ਜਿਹੜਾ ਆ ਅਯਾਸ਼ੀ ਤੋਂ ਬਾਹਰ ਕਰ ਤੇ ਭਾਰਤ ਦੇ ਉੱਤੇ ਜਿਹੜੇ ਆ ਆਕ੍ਰਾਂਤਾ ਆ, ਜਿਹੜੇ ਵਿਸ਼ਵ ਦੇ ਅਲੈਗਜ਼ੈਂਡਰ ਆ, ਉਹ ਜਿਹੜੇ ਹਮਲਾ ਕਰ ਰਹੇ ਆ ਤੇ ਤੁਹਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਦੇ ਰਾਜਾਂ ਨੂੰ ਇਕੱਠਾ ਕਰ ਤੇ ਇਕੱਠਾ ਕਰਕੇ ਇੱਕ ਸਥਿਤੀ ਇਹੋ ਜਿਹੀ ਬਣਾਓ ਕਿ ਤੁਸੀਂ ਉਹਦੇ ਨਾਲ ਲੜ ਸਕੋ। ਤੇ ਧਨਾਨੰਦ ਨੇ ਆਪਣੇ ਉਹਨਾਂ ਨੂੰ ਸੇਵਕਾਂ ਨੂੰ ਕਿਹਾ, ਆਪਣੀ ਫੌਜ ਦੇ ਬੰਦਿਆਂ ਨੂੰ ਕਿਹਾ, ਇਹ ਜਿਹੜਾ ਸ਼ਿਕਸ਼ਕ ਮੇਰੀ ਸਭਾ 'ਚ ਆਇਆ ਇਹ ਕੌਣ ਆ ਤੇ ਇਹਨੂੰ ਇੱਥੋਂ ਫੜ ਕੇ ਬਾਹਰ ਕੱਢ ਦਿਓ। ਤੇ ਉਹ ਜਦੋਂ ਅਸੀਂ ਸੀਰੀਅਲ ਦੇਖਦੇ ਹਾਂ ਚੰਦਰ ਪ੍ਰਕਾਸ਼ द्विवेदी ਦਾ, ਤੇ ਉੱਥੇ ਫਿਰ ਕੋਈ ਡਾਇਲੌਗ ਬੋਲਦੇ ਆ ਚਾਣਕਿਆ ਨੇ ਕਿ शिक्षक कभी साधारण नहीं होता, प्रलय और निर्माण दोनों उसकी गोद में खेलते हैं। पर गल उत्थे हो रही है कि जिहड़ा सत्ता दे विच बंदा आ ਉਹ ਆਪਣਾ ਵਿਰੋਧ ਜਾਂ ਆਪਣੀਆਂ ਕਮੀਆਂ ਨੂੰ ਸੁਣਨ ਲਈ ਤਿਆਰ ਕਿਉਂ ਨਹੀਂ ਹੁੰਦਾ। ਹੁਣ ਤੁਹਾਡੇ ਜਿਹੜੇ ਅਦਾਰੇ ਜਿਨ੍ਹਾਂ ਦੀ ਤੁਸੀਂ ਅੱਜ ਗੱਲ ਕਰਦੇ ਆ, ਦੈਨਿਕ ਭਾਸਕਰ ਤੇ ਭਾਰਤ ਸਮਾਚਾਰ। ਦੈਨਿਕ ਭਾਸਕਰ ਹਿੰਦੁਸਤਾਨ ਦਾ ਬਹੁਤ ਵੱਡਾ ਅਖਬਾਰ ਸਮੂਹ, 4-5 ਭਾਸ਼ਾਵਾਂ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਸਪਲੀਮੈਂਟਸ ਆ, ਆਪਣੀਆਂ ਅਖਬਾਰਾਂ ਨੇ ਵੱਖ-ਵੱਖ ਸ਼ਹਿਰਾਂ ਤੋਂ ਕੱਢਦੇ ਨੇ। ਮੱਧ ਪ੍ਰਦੇਸ਼ ਤੋਂ ਸੈਂਟਰ ਵਿੱਚ ਬੈਠੇ ਨੇ ਭਾਰਤ ਦੇ ਵਿੱਚ, ਤੇ ਲਗਭਗ ਬਹੁਤ ਰਾਜਾਂ ਦੇ ਵਿੱਚ 12 ਤੋਂ ਜ਼ਿਆਦਾ ਰਾਜਾਂ ਦੇ ਵਿੱਚ ਉਹਨਾਂ ਦੀ ਜਿਹੜੀ ਅਖਬਾਰ ਆ, ਕਰੋੜਾਂ ਦੀ ਗਿਣਤੀ 'ਚ ਉਹਨਾਂ ਦੇ ਜਿਹੜੇ ਆ ਪਾਠਕ ਨੇ। ਤੇ ਜਦੋਂ ਕਰੋਨਾ ਦੇ ਦੌਰ ਵਿੱਚ ਉਹਨਾਂ ਨੇ ਸਾਰੇ ਭਾਰਤ ਦੇ ਵਿੱਚ ਪੱਤਰਕਾਰਤਾ ਕੀਤੀ ਤੇ ਸਾਰੇ ਫੈਕਟਸ ਨੂੰ ਸਾਰੇ ਲੋਕਾਂ ਦੇ ਸਾਹਮਣੇ ਰੱਖਿਆ ਤੇ ਦੁਨੀਆ ਦੀ ਬਹੁਤ ਵਧੀਆ ਅਖਬਾਰ ਨਿਊਯਾਰਕ ਟਾਈਮਜ਼ ਆ, ਉਹਨਾਂ ਨੇ ਵੀ ਭਾਸਕਰ ਦੀ ਇੰਟਰਵਿਊ ਕੀਤੀ ਤੇ ਭਾਸਕਰ ਦੀ ਸਰਾਹਨਾ ਕੀਤੀ ਕਿ ਭਾਸਕਰ ਇੱਕ ਦੈਨਿਕ ਭਾਸਕਰ ਜਿਹੜਾ ਉਹ ਚੰਗਾ ਕੰਮ ਕਰ ਰਿਹਾ। ਇੱਦਾਂ ਹੀ ਯੋਗੀ ਸਰਕਾਰ ਦੇ ਵਿੱਚ ਭਾਰਤ ਸਮਾਚਾਰ ਜਿਹੜੀ ਇੱਕ ਯੂਪੀ ਦੀ ਲਖਨਊ ਤੋਂ ਛਪਦੀ ਅਖਬਾਰ ਆ, ਉਹਨਾਂ ਨੇ ਵੀ ਆਪਣਾ ਚੰਗਾ ਕੰਮ ਕੀਤਾ। ਮੈਂ ਨਹੀਂ ਕਹਿੰਦਾ ਕਿ ਬਾਕੀ ਅਖਬਾਰਾਂ ਚੰਗਾ ਕੰਮ ਨਹੀਂ ਕਰਦੀਆਂ, ਪਰ ਗੱਲ ਅੱਜ ਸਿਰਫ ਇਹਨਾਂ ਦੋ ਅਦਾਰਿਆਂ ਦੀ ਹੋ ਰਹੀ ਹੈ ਜਿਨ੍ਹਾਂ ਤੇ ਛਾਪੇ ਪੈ ਰਹੇ ਨੇ। ਹੁਣ ਹੋਇਆ ਕਿ ਅਸੀਂ ਜਦੋਂ ਤੋਂ ਕੋਵਿਡ ਦੇ ਦੌਰ ਦੇ ਵਿੱਚ ਸ਼ਾਮਿਲ ਹੋਏ ਹਾਂ, ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਜਿੱਦਣ ਵੀ ਅੰਕੜੇ ਦੱਸਦੇ ਹਾਂ ਤੇ ਅਸੀਂ ਨਾਲ ਇੱਕ ਟਾਈਟਲ ਜੋੜਦੇ ਹਾਂ, ਉਹ ਕੀ ਆ ਜੀ? ਸਰਕਾਰੀ ਅੰਕੜੇ। ਜਦੋਂ ਇਹ ਸਰਕਾਰੀ ਅੰਕੜਿਆਂ ਦਾ ਜਲੂਸ ਕੱਢਣਾ ਸ਼ੁਰੂ ਕੀਤਾ ਅਖਬਾਰ ਸਮੂਹ ਨੇ, ਤੇ ਉਹ ਸਭ ਤੋਂ ਪਹਿਲਾਂ ਉਹਦੇ ਵਿੱਚ ਸ਼ਾਮਲ ਜਿਹੜਾ ਦੈਨਿਕ ਭਾਸਕਰ ਸੀ। ਉਹਨਾਂ ਨੇ ਕੋਈ ਆਪਣੇ ਚੁਣੇ ਹੋਏ ਪੱਤਰਕਾਰ ਭਾਰਤ ਦੇ ਵੱਖੋ ਵੱਖਰੇ ਸ਼ਹਿਰਾਂ 'ਚ ਭੇਜੇ। ਹਰ ਸ਼ਹਿਰ ਤੋਂ ਉਹਨਾਂ ਨੇ ਅੰਕੜੇ ਇਕੱਠੇ ਕਰਕੇ ਦੱਸੇ। ਹਰ ਮਿਊਨਿਸਪਲ ਕਮੇਟੀ ਦੇ ਦਫ਼ਤਰ ਤੋਂ ਉਹਨਾਂ ਨੇ ਮਰਨ ਵਾਲੇ ਲੋਕਾਂ ਦੇ ਜਿਹੜੇ ਸਰਟੀਫਿਕੇਟ ਜਾਰੀ ਹੋਏ ਉਹਨਾਂ ਨੂੰ ਉੱਥੇ ਸਾਹਮਣੇ ਰੱਖ ਕੇ ਤੇ ਸਰਕਾਰ ਦੀ ਜਿਹੜੀ ਅੰਕੜੇ ਸੀ ਉਹਨਾਂ ਦੀ ਪੋਲ ਖੋਲੀ। ਤਦ ਹੀ ਸਾਨੂੰ ਲੱਗਿਆ ਕਿ ਜਿਹੜੇ ਅੰਕੜੇ ਆ ਉਹਨਾਂ ਦੇ ਵਿੱਚ ਬਹੁਤ ਹੇਰ-ਫੇਰ ਆ। ਉਸ ਤੋਂ ਬਾਅਦ ਫਿਰ ਦੁਨੀਆ ਦੀਆਂ ਵੱਡੀਆਂ ਅਖਬਾਰਾਂ ਨੇ ਇਹਦੇ ਬਾਰੇ ਦੱਸਿਆ ਕਿ ਅਮਰੀਕਾ ਦੇ ਵਿੱਚ 2.5 ਗੁਣਾ ਝੂਠ ਬੋਲਿਆ ਜਾ ਰਿਹਾ, ਅਫਰੀਕਾ ਦੇ ਵਿੱਚ 5 ਗੁਣਾ ਬੋਲਿਆ ਜਾ ਰਿਹਾ ਤੇ ਭਾਰਤ ਦੇ ਵਿੱਚ 10 ਗੁਣਾ ਬੋਲਿਆ ਜਾ ਰਿਹਾ ਤੇ ਯੂਰਪ ਦੇ ਵਿੱਚ ਕਿੰਨਾ ਬੋਲਿਆ ਜਾ ਰਿਹਾ। ਤੇ ਅਸੀਂ ਕਈ ਵਾਰ ਇਹ ਗੱਲ ਕੀਤੀ ਕਿ ਜਿਹੜਾ ਮੌਤਾਂ ਦਾ ਅੰਕੜਾ ਆ ਉਹਦੇ ਨਾਲ ਤੁਸੀਂ 1-0 ਵੈਸੇ ਹੀ ਪ੍ਰੀਫਿਕਸ ਕਰ ਲਓ। ਇਟ ਮੀਨਸ ਕਿ ਜੋ ਸਰਕਾਰ ਅੰਕੜੇ ਦੱਸ ਰਹੀ ਆ ਉਹਦਾ 10 ਗੁਣਾ ਜਿਹੜਾ ਆ ਉਹ ਹੋਵੇਗਾ। ਇਹਦੇ ਨਾਲ ਹੀ ਯੂਪੀ ਦੀ ਗੱਲ ਸੀ, ਭਾਸਕਰ ਗਰੁੱਪ ਦੀ ਗੱਲ ਸੀ, ਤੇ ਪੂਰੇ ਭਾਰਤ ਦੇ ਵਿੱਚ ਕੋਵਿਡ ਦੀ ਹੀ ਗੱਲ ਨਹੀਂ ਸੀ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀ। ਪੈਗਾਸਸ ਸਪਾਈਵੇਅਰ ਦੀ ਜਿਸ ਦਿਨ ਚਰਚਾ ਹੁੰਦੀ ਹੈ ਉਸ ਦਿਨ ਹਿੰਦੁਸਤਾਨ ਦੀ ਇੱਕਮਾਤਰ ਇਹ ਅਖਬਾਰ ਸੀ ਜਿਹਦੇ ਪਹਿਲੇ ਪੇਜ ਤੇ ਪੈਗਾਸਸ ਦੀ ਸਾਰੀ ਜਾਣਕਾਰੀ ਡਿਟੇਲ ਸੀ, ਬਾਕੀਆਂ ਨੇ ਦੂਜੇ ਦਿਨ ਲਾਈ। ਸੋ ਜਿਹੜਾ ਇਹਨਾਂ ਨੂੰ ਇਹ ਕੱਲ ਇੱਕ ਇਨਾਮ ਮਿਲਿਆ ਆ ਉਹ ਸੱਚ ਬੋਲਣ ਦਾ ਇਨਾਮ ਹੈ। ਬਿਲਕੁਲ। ਜਦੋਂ ਭਾਸਕਰ ਦੇ ਆਫਿਸ ਦੇ ਵਿੱਚ ਇਨਫੋਰਸਮੈਂਟ ਡਾਇਰੈਕਟਰ ਦੀ ਟੀਮ ਗਈ ਆ, ਉਹਨਾਂ ਦੀ ਉੱਥੇ ਛਾਪੇਮਾਰੀ ਸ਼ੁਰੂ ਹੋਈ ਆ, ਤੇ ਸਵੇਰੇ ਜਦੋਂ ਇਹ ਜਿਹੜੇ ਇਨਕਮ ਟੈਕਸ ਨਾਲ ਰੇਡ ਨੇ ਜਾਂ ਜਿਹੜੇ ਈਡੀ ਦੇ ਰੇਡਸ ਨੇ ਜਾਂ ਕੋਈ ਵੀ ਸਰਕਾਰੀ ਜਿਹੜੀਆਂ ਏਜੰਸੀਆਂ ਨੇ ਉਹ ਅਰਲੀ ਮਾਰਨਿੰਗ ਇੱਦਾਂ ਦੇ ਕਾਰਵਾਈ ਨੂੰ ਅੰਜਾਮ ਦਿੰਦੀਆਂ ਨੇ ਤਾਂ ਜੋ ਲੋਕਾਂ ਨੂੰ ਉੱਥੋਂ ਕਾਗਜ਼ ਪੱਤਰ ਜਾਂ ਆਪਣੇ ਡਾਕੂਮੈਂਟਸ ਵਗੈਰਾ ਚੱਕਣ ਦਾ ਮੌਕਾ ਨਾ ਮਿਲੇ। ਤੇ ਭਾਸਕਰ ਨੇ ਜਿਹੜੀ ਉੱਥੇ ਇੱਕ ਆਪਣੀ ਟਵੀਟ ਚਲਾਇਆ ਜਾਂ ਇੱਕ ਲਾਈਨ ਜਿਹੜੀ ਆ ਟੀਵੀ ਤੇ ਚਲਾਈ ਆ ਉਹ ਬੜੀ ਖੂਬਸੂਰਤ ਸੀ ਕਿ ਭਾਸਕਰ ਵਿੱਚ ਚੱਲੇਗੀ ਪਾਠਕਾਂ ਦੀ ਮਰਜ਼ੀ, ਮੈਂ ਆਜ਼ਾਦ ਹਾਂ ਕਿਉਂਕਿ ਮੈਂ ਭਾਸਕਰ ਹਾਂ। ਤੇ ਹੁਣ ਉਹ ਭਾਸਕਰ ਉਹਨਾਂ ਨੇ ਆਪਣੇ ਗਰੁੱਪ ਲਈ ਨਹੀਂ ਕਿਹਾ। ਜੇ ਤੁਸੀਂ ਇਸ ਗੱਲ ਨੂੰ ਜਾਣਦੇ ਆ ਜਾਂ ਦਰਸ਼ਕ ਇਸ ਗੱਲ ਨੂੰ ਸਮਝਦੇ ਆ, ਭਾਸਕਰ ਸੰਸਕ੍ਰਿਤ ਦਾ ਸ਼ਬਦ ਆ ਜਿਹਦਾ ਮਤਲਬ ਸੂਰਜ ਹੁੰਦਾ। ਉਹਨਾਂ ਨੇ ਕਿਹਾ ਕਿ ਜੇ ਅਸੀਂ ਭਾਸਕਰ, ਅਸੀਂ ਨਾਮ ਭਾਸਕਰ ਰੱਖਿਆ ਤੇ ਫਿਰ ਅਸੀਂ ਹੈ ਵੀ ਸੂਰਜ, ਤੇ ਸਾਨੂੰ ਤੁਸੀਂ ਇਹਨਾਂ ਛਾਪਿਆਂ ਤੋਂ ਜਾਂ ਇਹਨਾਂ ਕਾਰਵਾਈਆਂ ਤੋਂ ਡਰਾ ਨਹੀਂ ਸਕਦੇ। ਸਾਡੀ ਜਿਹੜੀ ਰੋਸ਼ਨੀ ਆ ਉਹ ਸੱਚ ਆ ਤੇ ਜੋ ਅਸੀਂ ਕਹਿੰਦੇ ਆ ਉਹ ਕਹਿੰਦੇ ਰਵਾਂਗੇ। ਇਹੋ ਜਿਹੀਆਂ ਹੀ ਗੱਲਾਂ ਭਾਰਤ ਸਮਾਚਾਰ ਗਰੁੱਪ ਦੇ ਜਿਹੜੇ ਮਾਲਕ ਸੀ ਜਾਂ ਉੱਥੋਂ ਦੇ ਜਿਹੜੇ ਪੱਤਰਕਾਰ ਸੀ ਉਹਨਾਂ ਨੇ ਵੀ ਕੀਤੀਆਂ। ਸਵੇਰੇ ਜਦੋਂ ਕਾਰਵਾਈ ਸ਼ੁਰੂ ਹੁੰਦੀ ਆ ਤੇ ਜਿਹੜਾ ਰਾਤ ਦਾ ਸਟਾਫ ਆ ਉਹਨਾਂ ਨੇ ਉੱਥੋਂ ਆਪਣੇ ਘਰ ਨੂੰ ਵਾਪਸ ਜਾਣਾ ਸੀ, ਡਿਊਟੀ ਖਤਮ ਹੁੰਦੀ ਆ ਰਾਤ ਦੀ, ਉਹਦੇ ਵਿੱਚ ਲੇਡੀਜ਼ ਵੀ ਆ, ਜੈਂਟਸ ਵੀ ਆ।
ਡਿਜੀਟਲ ਦੇਖਣ ਵਾਲੇ ਲੋਕ ਵੀ ਸੀ, ਪਰ ਉਹਨਾਂ ਨੂੰ ਵੀ ਦਿਨ ਦੇ 12 12:30 1 ਵਜੇ ਤੱਕ ਉੱਥੇ ਰੋਕ ਕੇ ਰੱਖਿਆ ਗਿਆ। ਚਲੋ ਉਹ ਇੱਕ ਰੂਟੀਨ ਦੀ ਕਾਰਵਾਈ ਆ ਕਿ ਜਦੋਂ ਰੇਡ ਹੀ ਹੋ ਗਈ ਤੇ ਫਿਰ ਉੱਥੇ ਜਿਹੜੀ ਜਾਂਚ ਪਛਾਣ ਆ ਜਾਂ ਉਹ ਹੈਗੀ ਆ ਛਾਣਬੀਣ ਆ ਉਹ ਕੀਤੀ ਜਾਣੀ ਆ ਤੇ ਉਹ ਸਾਰਾ ਕੁਝ ਤਾਂ ਚੱਲੇਗਾ। ਬਿਲਕੁਲ। ਪਰ ਅਸੀਂ ਇਹ ਗੱਲ ਦੇਖਣੀ ਬਣਦੀ ਆ ਸਵਲੀਨ ਜੀ ਕਿ ਇਹ ਜਿਹੜੇ ਛਾਪੇ ਆ ਇਹਨਾਂ ਦਾ ਸਮਾਂ ਕੀ ਆ। ਇੱਕ ਪਾਸੇ ਤੇ ਸੰਸਦ ਵਿੱਚ ਸਰਕਾਰ ਜਿਹੜੀ ਆ ਉਹ ਘਿਰੀ ਹੋਈ ਆ ਪੈਗਾਸਸ ਨੂੰ ਲੈ ਕੇ ਜੀ। ਪੈਗਾਸਸ ਨੂੰ ਜਦੋਂ ਤੁਸੀਂ ਡਿਟੇਲ 'ਚ ਜਾਓਗੇ ਤੇ ਉਹ ਵੀ ਇਹੋ ਹੀ ਗੱਲ ਆ ਕਿ ਬਹੁਤ ਸਾਰੇ ਪੱਤਰਕਾਰਾਂ ਦੇ ਜਿਹੜੇ ਫੋਨ ਨੇ ਉਹ ਟੈਪ ਕੀਤੇ ਜਾ ਰਹੇ ਨੇ, ਉਹਨਾਂ ਦੀ ਜਿਹੜੀ ਆ ਰੇਕੀ ਕੀਤੀ ਜਾ ਰਹੀ ਆ, ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਆ। ਸਰਕਾਰ ਨੇ ਕੁਝ ਸੌਫਟਵੇਅਰ ਜਿਹੜੇ ਨੇ ਇਹੋ ਜਿਹੇ ਲਗਾਏ ਹੋਏ ਨੇ ਜੋ ਕਿ ਅਖਬਾਰਾਂ ਕਹਿ ਰਹੀਆਂ ਨੇ, ਕੱਲੀ ਭਾਰਤ ਦੀਆਂ ਨਹੀਂ ਸਾਰੀ ਦੁਨੀਆ ਦੀਆਂ ਵੱਡੀਆਂ ਵੱਡੀਆਂ ਅਖਬਾਰਾਂ ਨੇ ਇਹ ਗੱਲ ਕਹੀ ਆ। ਤੇ ਦੂਜੇ ਪਾਸੇ ਇਹੋ ਹੀ ਭਾਸਕਰ ਗਰੁੱਪ ਜਾਂ ਹੋਰ ਭਾਰਤ ਦੇ ਵੱਡੇ ਵੱਡੇ ਅਦਾਰੇ ਜਿਹੜੇ ਆ ਉਹ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਕੋਵਿਡ ਦੇ ਦੌਰਾਨ ਜੋ ਹੋ ਰਿਹਾ ਉਹਦੀ ਜਿਹੜੀ ਸਹੀ ਸਥਿਤੀ ਆ ਉਹ ਲੋਕਾਂ ਦੇ ਸਾਹਮਣੇ ਰੱਖ ਰਹੇ ਜੀ। ਤੇ ਸਰਕਾਰ ਫਿਰ ਜਦੋਂ ਅਦਾਰੇ ਕਹਿੰਦੇ ਨੇ ਕਿ ਸਰਕਾਰ ਡਰ ਗਈ ਆ, ਸਰਕਾਰ ਆਪਣੇ ਡਰ ਦੇ ਵਿੱਚ ਜਾਂ ਆਪਣੀ ਝੱਲਾਹਟ ਦੇ ਵਿੱਚ ਇਹੋ ਜਿਹੇ ਕੰਮ ਕਰ ਰਹੀ ਆ ਤੇ ਆਪਣੇ ਖਿਲਾਫ ਉੱਠੀਆਂ ਹੋਈਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ, ਤੇ ਫਿਰ ਇਹੋ ਜਿਹੇ ਸਮੇਂ ਦੇ ਉੱਤੇ ਸਰਕਾਰ ਦੇ ਕੋਲ ਇਹੋ ਹੀ ਜਿਹੜੇ ਹਥਿਆਰ ਨੇ ਉਹ ਬਚਦੇ ਨੇ। ਇਨਫੋਰਸਮੈਂਟ ਡਾਇਰੈਕਟਰ ਲੈ ਲਓ, ਈਡੀ ਲੈ ਲਓ, CBI ਲੈ ਲਓ, ਜਾਂ ਫਿਰ ਜੋ ਸਟੇਟ ਦੀਆਂ ਏਜੰਸੀਜ਼ ਨੇ ਜਿਹੜੀਆਂ ਉਹਨਾਂ ਲੋਕਾਂ ਦੇ ਉੱਤੇ ਕਿਸੇ ਵੀ ਪਾਸਿਓਂ ਹਮਲਾ ਕਰਕੇ ਉਹਨਾਂ ਨੂੰ ਆਪਣੇ ਰਸਤੇ ਤੁਰਨ ਤੋਂ ਰੋਕਦੀਆਂ ਨੇ। ਹੁਣ ਉਹਨਾਂ ਨੇ ਤੇ ਸਾਫ਼ ਇਹ ਗੱਲ ਕਰ ਦਿੱਤੀ ਕਿ ਅਸੀਂ ਇਸ ਤਰੀਕੇ ਨਾਲ ਰੁਕਣ ਵਾਲੇ ਨਹੀਂ ਆ। ਅਸੀਂ ਜੋ ਸਾਡਾ ਕੰਮ ਆ, ਜਿਹੜੀ ਸਾਡੀ ਨੀਅਤ ਆ, ਜਿਹੜੀ ਸਾਡੀ ਨੀਤੀ ਆ, ਜੋ ਸਾਡੀ ਪਾਲਿਸੀ ਲਾਈਨ ਆ, ਉਹਦੇ ਮੁਤਾਬਕ ਅਸੀਂ ਪੱਤਰਕਾਰਤਾ ਜਾਰੀ ਰੱਖਾਂਗੇ ਜੀ। ਇਹ ਸੀ ਸੱਚ ਨੂੰ ਗੋਡੇ ਥੱਲੇ ਲੈਣ ਦੀ ਗੱਲ। ਇਸ ਨਾਲ ਜੁੜੀਆਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਗੱਲ ਕਰ ਰਹੇ ਸੀ ਸੱਚ ਨੂੰ ਮਿਲ ਰਹੀ ਸਜ਼ਾ ਦੀ। ਇਹਨਾਂ ਛਾਪੇਮਾਰੀਆਂ ਨੂੰ ਅਸੀਂ ਐਮਰਜੈਂਸੀ ਨਾਲ ਜੋੜ ਸਕਦੇ ਹਾਂ? ਸੁਵਲੀਨ ਜੀ, ਜਦੋਂ ਤੋਂ ਅਸੀਂ ਸੁਰਤ ਸੰਭਾਲੀ ਆ, ਅਖਬਾਰਾਂ ਪੜ੍ਹਦੇ ਆ, ਖਬਰਾਂ ਦੇਖਦੇ ਆ, ਜਾਂ ਲੋਕਾਂ ਨੂੰ ਮਿਲਦੇ ਆ, ਜਾਂ ਲੀਡਰਾਂ ਨਾਲ ਗੱਲਬਾਤ ਹੁੰਦੀ ਆ, ਜਾਂ ਆਮ ਸਮਾਜ 'ਚ ਵਿਚਰਦੇ ਆ, ਤੇ ਬਹੁਤ ਸਾਰੇ ਲੋਕ ਐਮਰਜੈਂਸੀ ਦਾ ਜ਼ਿਕਰ ਜਿਹੜਾ ਬਹੁਤ ਕਰਦੇ ਨੇ। ਅਸੀਂ ਕਈ ਵਾਰ ਆਮ ਭਾਸ਼ਾ 'ਚ ਵੀ ਕਹਿ ਦਿੰਦੇ ਆ, ਰੁਕ ਜਾ ਕਿਹੜੀ ਐਮਰਜੈਂਸੀ ਲੱਗੀ। ਤੇ ਦਰਸ਼ਕ ਜਾਣਦੇ ਨੇ ਕਿ ਐਮਰਜੈਂਸੀ ਇੱਕ ਕਾਨੂੰਨ ਹੈ। ਧਾਰਾ 352 ਦੇ ਅਧੀਨ ਰਾਸ਼ਟਰਪਤੀ ਕੋਲੇ ਪਾਵਰ ਆ ਕਿ ਉਹ ਦੇਸ਼ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਸਕਦਾ। ਉਹ ਆਪ ਨਹੀਂ ਕਰਦੇ, ਕੈਬਨਿਟ ਉਹਨੂੰ ਜਾ ਕੇ ਕਹਿੰਦੀ ਆ, ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਹਾਲਾਤ ਜਿਹੜੇ ਨੇ ਬਾਹਰੋਂ ਲੜਾਈ ਵਾਲੇ ਬਣ ਗਏ ਨੇ ਤੇ ਦੇਸ਼ ਦੇ ਵਿੱਚ ਐਮਰਜੈਂਸੀ ਦੀ ਲੋੜ ਆ। ਉਸ ਵੇਲੇ ਫਿਰ ਜਿਹੜੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਨੇ ਉਹ ਸਾਰੇ ਵੀ ਜਿਹੜੇ ਆ ਉਹ ਖਤਮ ਹੋ ਜਾਂਦੇ ਨੇ। ਸਰਕਾਰ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਾਕਤਾਂ ਨੇ, ਬਹੁਤ ਸਾਰੇ ਕਾਨੂੰਨ ਨੇ ਜਿਹੜੇ ਉਹ ਸੈਂਟਰ ਗਵਰਨਮੈਂਟ ਕੋਲ ਪਹੁੰਚ ਜਾਂਦੇ ਨੇ। ਤੇ ਜਿਹੜੇ ਸੈਂਟਰ ਸਟੇਟ ਰਿਲੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਕਿ ਸਟੇਟਾਂ ਦੇ ਕੋਲ ਜਿਹੜੇ ਅਧਿਕਾਰ ਹੁੰਦੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਤੇ ਰਾਸ਼ਟਰਪਤੀ ਜਿਹੜਾ ਹੈ ਉਹ ਦੇਸ਼ ਦਾ ਮੁਖੀ ਬਣ ਜਾਂਦਾ। ਅਲਟੀਮੇਟਲੀ ਕੈਬਨਿਟ ਜਿਹੜੀ ਆ ਉਹ ਰਾਸ਼ਟਰਪਤੀ ਨੂੰ ਕਮਾਂਡ ਕਰਦੀ ਹੈ ਜੀ। ਕਹਿ ਸਕਦੇ ਹਾਂ ਕਿ ਸੰਵਿਧਾਨਕ ਮੁਖੀਆ ਕਮਾਂਡ ਨਹੀਂ ਕਰਦੀ, ਕੈਬਨਿਟ ਜੋ ਕਹਿੰਦੀ ਹੈ ਰਾਸ਼ਟਰਪਤੀ ਨੂੰ ਉੱਤੇ ਮੋਹਰ ਲਾਉਣੀ ਪੈਂਦੀ ਹੈ, ਜੋ ਸਾਡੀ ਲੋਕਤੰਤਰ ਦੀ ਵਿਵਸਥਾ ਹੈ। ਸਭ ਤੋਂ ਪਹਿਲਾਂ ਐਮਰਜੈਂਸੀ ਲੱਗੀ ਸੀ 1962 ਦੇ ਵਿੱਚ, ਜਦੋਂ ਭਾਰਤ ਚੀਨ ਦੀ ਲੜਾਈ ਹੁੰਦੀ ਆ। ਉਹ ਵਾਕਿਆ ਹੀ ਸਹੀ ਐਮਰਜੈਂਸੀ ਸੀ ਕਿਉਂਕਿ ਵਾਕਿਆ ਹੀ ਇੱਕ ਜੰਗ ਦਾ ਐਲਾਨ ਹੋ ਗਿਆ ਸੀ ਨਾਰਥ ਈਸਟਰਨ ਫਰੰਟ ਦੇ ਉੱਤੇ, ਤੇ ਉੱਥੇ ਫਿਰ ਐਮਰਜੈਂਸੀ ਲੱਗੀ। ਇਸੇ ਤਰ੍ਹਾਂ ਫਿਰ 71 ਦੇ ਵਿੱਚ ਜਦੋਂ ਪਾਕਿਸਤਾਨ ਨਾਲ ਲੜਾਈ ਹੋਈ, ਜਦੋਂ ਬੰਗਲਾਦੇਸ਼ ਦਾ ਉਦੈ ਹੁੰਦਾ, ਉਦੋਂ ਐਮਰਜੈਂਸੀ ਲੱਗੀ। ਉਦੋਂ ਵੀ ਪ੍ਰਧਾਨ ਮੰਤਰੀ ਜਿਹੜੇ ਆ ਇੰਦਰਾ ਗਾਂਧੀ ਸੀ। ਪਹਿਲੀ ਜਿਹੜੀ ਐਮਰਜੈਂਸੀ ਉਦੋਂ ਲਾਲ ਬਹਾਦਰ ਸ਼ਾਸਤਰੀ ਜੀ ਪ੍ਰਧਾਨ ਮੰਤਰੀ ਸੀ। 1971 ਦੇ ਵਿੱਚ ਬੰਗਲਾਦੇਸ਼ ਬਣਨ ਤੋਂ ਬਾਅਦ ਇੰਦਰਾ ਗਾਂਧੀ ਦੇ ਨਾਲ ਜਿਹੜਾ ਉਹਨਾਂ ਦਾ ਰਾਜਨੀਤਿਕ ਕੱਦ ਸੀਗਾ ਉਹਦੇ 'ਚ ਕਾਫੀ ਗਿਰਾਵਟ ਆਉਣੀ ਸ਼ੁਰੂ ਹੋਈ। ਪੱਛਮੀ ਬੰਗਾਲ ਦੀ ਸਰਕਾਰ ਸੀ, ਉੱਥੋਂ ਵੀ ਉਹਨਾਂ ਦੇ ਖਿਲਾਫ ਕੁਝ ਗੱਲਾਂ ਹੋਣੀਆਂ ਸ਼ੁਰੂ ਹੋਈਆਂ। ਤੇ ਚਾਹੇ ਗੁਜਰਾਤ ਦੇ ਵਿੱਚ ਚਿਮਨ ਲਾਲ ਪਟੇਲ ਦੀ ਸਰਕਾਰ ਸੀ, ਉੱਥੋਂ ਵੀ ਕੁਝ ਗੱਲਾਂ ਉਹਨਾਂ ਦੇ ਸਾਹਮਣੇ ਸ਼ੁਰੂ ਹੋਈਆਂ। ਬਿਹਾਰ ਦੇ ਵਿੱਚ ਹਵਾ ਇੱਕ ਬਣੀ ਉਹਨਾਂ ਦੀ, ਤੇ ਉਹਨਾਂ ਨੇ ਭਾਰਤ ਸਰਕਾਰ ਦੇ ਖਿਲਾਫ ਉਹਨਾਂ ਦੀਆਂ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਗਣਾਉਣਾ ਸ਼ੁਰੂ ਕੀਤਾ। 69 ਦੇ ਵਿੱਚ ਜਦੋਂ ਇਹਨਾਂ ਨੇ ਬੈਂਕਾਂ ਦਾ ਨੈਸ਼ਨਲਾਈਜੇਸ਼ਨ ਕੀਤਾ ਸੀਗਾ, ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕੁਝ ਫਾਈਨੈਂਸ਼ੀਅਲ ਗਬਨ ਦੇ ਆਰੋਪ ਵੀ ਲੱਗੇ ਸੀ ਤੇ ਇਹਨਾਂ ਨੂੰ ਚਾਰਜ ਸ਼ੀਟ ਵੀ ਹੋਣਾ ਪਿਆ ਜੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੱਛਮੀ ਬੰਗਾਲ 'ਚ ਸਿਧਾਰਥ ਸ਼ੰਕਰ ਰੇ ਉਦੋਂ ਮੁੱਖ ਮੰਤਰੀ ਸੀ ਤੇ ਉਹ ਇਹਨਾਂ ਦੇ ਨੇੜੇ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਰਾਸ਼ਟਰੀ ਐਮਰਜੈਂਸੀ ਲਾ ਦਿਓ, ਤੇ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ ਸੀ। ਐਮਰਜੈਂਸੀ ਦੇ ਦੌਰਾਨ ਫਿਰ ਜਿੰਨੇ ਪੱਤਰਕਾਰ, ਜਿੰਨੇ ਸੱਚ ਬੋਲਣ ਵਾਲੇ, ਜਿੰਨੇ ਵਿਰੋਧੀ ਧਿਰ ਦੇ ਲੀਡਰ ਸਾਰੇ ਚੱਕ ਕੇ ਅੰਦਰ। ਤੇ ਕਿਉਂਕਿ ਪਾਵਰਾਂ ਸਰਕਾਰ ਕੋਲ ਸੀ, ਰਾਸ਼ਟਰਪਤੀ ਫਖਰੁਦੀਨ ਅਲੀ ਅਹਿਮਦ ਸੀ, ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਦੇਸ਼ ਦੇ ਅੰਦਰ ਜਿਹੜਾ ਆ ਗ੍ਰਹਿ ਯੁੱਧ ਵਾਲੀ ਸਥਿਤੀ ਬਣ ਗਈ ਆ, ਸਾਰਾ ਹੀ ਦੇਸ਼ ਨੂੰ ਤੋੜਨ ਦੀ ਯਤਨ ਕਰ ਰਹੇ ਨੇ ਬਹੁਤ ਸਾਰੇ ਲੀਡਰ। ਤੇ ਇਹੋ ਜਿਹੀਆਂ ਹਾਲਾਤਾਂ ਨੇ, ਇਹੋ ਜਿਹੀਆਂ ਗੱਲਾਂ ਬਣਾ ਕੇ ਦੱਸੀਆਂ ਗਈਆਂ ਜਿਹੜੀਆਂ ਕਿ ਦੇਸ਼ ਨੂੰ
ਦੂਜੇ ਪਾਸੇ ਲੈ ਕੇ ਜਾਣ ਵਾਲੀਆਂ ਸਨ। ਅਸਲ ਹਾਲਾਤ ਉਦਾਂ ਦੇ ਨਹੀਂ ਸਨ। ਸਿਰਫ ਰਾਸ਼ਟਰਪਤੀ ਨੂੰ ਦੱਸਿਆ ਗਿਆ ਕਿ ਰਾਸ਼ਟਰਪਤੀ ਅਸੀਂ ਜਾਣਦੇ ਹਾਂ ਕਿ ਸੰਵਿਧਾਨਕ ਮੁਖੀ ਆ, ਤੇ ਇੰਦਰਾ ਗਾਂਧੀ ਕੋਲ ਫੁੱਲ ਮੈਜੋਰਟੀ ਸੀ ਤੇ ਉਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਸੀ ਕੀਤੀਆਂ, ਜਿਹੜੀਆਂ ਕਿ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸੀ। ਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਅੱਜ ਤੱਕ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਐਮਰਜੈਂਸੀ ਆ ਉਹ ਨਹੀਂ ਲੱਗਣੀ ਚਾਹੀਦੀ ਸੀ। ਫਿਰ ਉਹ 21 ਮਾਰਚ 1977 ਨੂੰ ਲਗਭਗ 21 ਮਹੀਨਿਆਂ ਬਾਅਦ ਉਹ ਐਮਰਜੈਂਸੀ ਖਤਮ ਹੁੰਦੀ ਆ। ਇਸ ਗੱਲ ਨਾਲ ਜੁੜਦੀ ਗੱਲ ਇਹ ਆ ਕਿ 77 ਮਾਰਚ ਦੇ ਵਿੱਚ ਜਦੋਂ ਫਿਰ ਐਮਰਜੈਂਸੀ ਖਤਮ ਹੋ ਕੇ ਇਲੈਕਸ਼ਨਸ ਹੁੰਦੀਆਂ ਨੇ ਤੇ ਇੰਦਰਾ ਗਾਂਧੀ ਆਪਣੀ ਚੋਣ ਵੀ ਹਾਰਦੀ ਆ, ਉਹਨਾਂ ਦਾ ਬੇਟਾ ਜਿਹੜਾ ਸੰਜੇ ਗਾਂਧੀ ਉਹ ਵੀ ਆਪਣੀ ਚੋਣ ਹਾਰਦਾ, ਤੇ ਕਾਂਗਰਸ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵੀ ਸੀਟ ਨਹੀਂ ਮਿਲਦੀ ਤੇ ਜਨਤਾ ਪਾਰਟੀ ਦੀ ਸਰਕਾਰ ਬਣਦੀ ਆ। ਮੋਰਾਰਜੀ ਦੇਸਾਈ 47 ਤੋਂ ਬਾਅਦ ਪਹਿਲੇ ਨਾਨ ਕਾਂਗਰਸੀ ਪ੍ਰਧਾਨ ਮੰਤਰੀ ਬਣਦੇ। ਵਜ੍ਹਾ ਸਿਰਫ ਔਰ ਸਿਰਫ ਸੱਤਾ ਦੇ ਉੱਤੇ ਪਰਮਾਨੈਂਟ ਹੋਣ ਦੀ ਇੱਛਾ ਸ਼ਕਤੀ, ਸੱਤਾ ਤੇ ਕਾਬਜ ਰਹਿਣ ਦੀ ਗੱਲ, ਤੇ ਵਿਰੋਧ ਨੂੰ ਨਾ ਸੁਣਨ ਦੀ ਉਮੀਦ, ਤੇ ਵਿਰੋਧ ਨੂੰ ਨਾ ਸਹਿਣ ਕਰਨ ਦੀ ਜਿਹੜੀ ਤੁਹਾਡੀ ਇੱਕ ਲਾਲਸਾ ਹੈ। 77 ਤੋਂ ਬਾਅਦ ਫਿਰ ਜਦੋਂ ਆਪਣੀ ਚੋਣ ਵੀ ਹਾਰੇ, ਫਿਰ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਰਹੀਆਂ। ਹਾਲਾਂਕਿ ਉਹ ਮੁੜ ਕੇ ਵੀ ਪਾਵਰ ਦੇ ਵਿੱਚ ਆਏ, ਪਰ ਇੱਕ ਵਾਰ ਐਮਰਜੈਂਸੀ ਨੇ ਉਹਨਾਂ ਨੂੰ ਇਹ ਦੱਸਿਆ ਕਿ ਹਾਲਾਤ ਜਿਹੜੇ ਨੇ ਤੁਹਾਨੂੰ ਲੋਕਤੰਤਰ ਦੇ ਵਿੱਚ ਲੋਕਤੰਤਰ ਵਾਂਗ ਰਹਿਣਾ ਪਵੇਗਾ। ਹੁਣ ਅਸੀਂ ਗੱਲ ਕਰਦੇ ਹਾਂ ਮੌਜੂਦਾ ਸਥਿਤੀ ਦੀ। ਜਦੋਂ ਇਸ ਹਾਲਾਤਾਂ ਦੀ ਅਸੀਂ ਗੱਲ ਕਰਦੇ ਹਾਂ, ਕੱਲ ਜਿਹੜੇ ਛਾਪੇ ਹੋਏ ਉਸ ਤੋਂ ਬਾਅਦ ਅਸੀਂ ਵੀ ਇੱਕ ਮੀਡੀਆ ਸੰਸਥਾਨ 'ਚ ਬੈਠੇ ਹਾਂ, ਅਸੀਂ ਵੀ ਆਪਣੇ ਮਾਈਕ ਤੇ ਬੈਠ ਕੇ ਜਿੰਨੀ ਕੁ ਗੱਲ ਸਾਡੀ ਸਮਝ ਆਉਂਦੀ ਹੈ ਉਹ ਸੱਚ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਇੱਥੇ ਦੇ ਦਰਸ਼ਕਾਂ ਨੂੰ ਵੀ ਤੇ ਇੰਟਰਨੈਸ਼ਨਲ ਦਰਸ਼ਕਾਂ ਨੂੰ ਵੀ। ਪਰ ਜੇ ਸਰਕਾਰ ਨੂੰ ਸਾਡੀ ਗੱਲ ਕੌੜੀ ਲੱਗਦੀ ਆ ਤੇ ਉਹ ਇਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਏਜੰਸੀਆਂ ਨੂੰ ਲੈ ਕੇ ਸਾਡੇ ਤੇ ਹਮਲਾ ਬੋਲ ਦੇਵੇ ਜਾਂ ਕਿਸੇ ਤੇ ਵੀ ਕੋਈ ਇਹੋ ਜਿਹੀ ਕਾਰਵਾਈ ਕਰੇ ਜਿਹੜੀ ਕਿ ਉਹਦੀ ਨਿੱਜੀ ਜ਼ਿੰਦਗੀ ਨਾਲ ਨੁਕਸਾਨ ਕਰਦੀ ਹੋਵੇ ਜਾਂ ਉਹਦੇ ਬਿਜ਼ਨਸ ਦਾ ਨੁਕਸਾਨ ਕਰਦੀ ਹੋਵੇ। ਪੈਗਾਸਸ ਨੂੰ ਵੀ ਤੁਸੀਂ ਇਹਦੇ ਨਾਲ ਜੋੜ ਕੇ ਦੇਖਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਦੁਨੀਆ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਦੀ। ਜਦੋਂ ਅਸੀਂ ਇਹੋ ਜਿਹੀਆਂ ਘਟਨਾਵਾਂ ਦੀ ਗੱਲ ਅੰਤਰਰਾਸ਼ਟਰੀ ਪੱਧਰ ਤੇ ਦੇਖਦੇ ਹਾਂ, 2019 ਦੀ ਗੱਲ ਆ, ਆਸਟ੍ਰੇਲੀਆ ਦੀ ਇੱਕ ਅਖਬਾਰ ਦੇ ਉੱਤੇ ਆਸਟ੍ਰੇਲੀਆ ਦੀ ਪੁਲਿਸ ਨੇ ਇੱਕ ਛਾਪਾ ਮਾਰਿਆ। ਉਸ ਤੋਂ ਕੁਝ ਦਿਨ ਬਾਅਦ ਤੁਸੀਂ ਯਕੀਨ ਕਰੋਗੇ ਆਸਟ੍ਰੇਲੀਆ ਦੀਆਂ ਜਿੰਨੀਆਂ ਵੱਡੀਆਂ ਅਖਬਾਰਾਂ, ਸਾਰੀਆਂ ਅਖਬਾਰਾਂ ਨੇ ਆਪਣੇ ਪਹਿਲੇ ਪੰਨੇ ਨੂੰ ਖਾਲੀ ਛਾਪਿਆ। ਖਾਲੀ ਨਹੀਂ ਛਾਪਿਆ, ਇੱਦਾਂ ਛਾਪਿਆ ਜਿੱਦਾਂ ਖਬਰ ਲਿਖ ਦਿੱਤੀ, ਖਬਰ ਲਿਖਣ ਤੋਂ ਬਾਅਦ ਉਹਦੇ ਤੇ ਕਾਲਕ ਪੋਤ ਦਿੱਤੀ ਤੇ ਥੱਲੇ ਇੱਕ ਰੈੱਡ ਕਲਰ ਦੀ ਮੋਹਰ ਲਾਤੀ ਜਿੱਤੇ ਲਿਖਿਆ ਸੀਗਾ ਸੀਕ੍ਰੇਟ ਨਾਟ ਏਬਲ ਟੂ ਰਿਲੀਜ਼, ਕਿ ਇਹ ਜਿਹੜੀ ਅਖਬਾਰ ਆ ਇਹ ਤੁਸੀਂ ਪੜ੍ਹ ਨਹੀਂ ਸਕਦੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਤੁਸੀਂ ਅਖਬਾਰ ਪੜ੍ਹੋ, ਸੀਕ੍ਰੇਟਸ ਜਾਣੋ, ਹੈ ਨਾ। ਸੋ ਇਹ ਸੀ ਆਸਟ੍ਰੇਲੀਆ ਦੀ ਗੱਲ। ਫਿਰ ਟਰੰਪ ਦੇ ਸ਼ਾਸਨ ਦੇ ਦੌਰਾਨ ਅਮਰੀਕਾ ਦੇ ਵਿੱਚ ਵੀ ਇਹੋ ਜਿਹਾ ਕੁਝ ਹੋਇਆ ਤੇ ਅਮਰੀਕਾ ਦੀ ਇੱਕ 150 ਸਾਲ ਪੁਰਾਣੀ ਅਖਬਾਰ ਸੀ ਦ ਬੋਸਟਨ ਗਲੋਬ। ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਘੱਟ ਤੋਂ ਘੱਟ ਅਮਰੀਕਾ ਦੀਆਂ 300 ਅਖਬਾਰਾਂ ਦੇ ਐਡੀਟੋਰੀਅਲ ਛਾਪੇ ਜਿਨ੍ਹਾਂ ਦਾ ਸਿਰਲੇਖ ਸੀ ਪੱਤਰਕਾਰ ਤੁਹਾਡੇ ਦੁਸ਼ਮਣ ਨਹੀਂ ਹਨ। ਸੋ ਲੋਕਤੰਤਰ ਦੇ ਵਿੱਚ ਆਵਾਜ਼ ਜਿਹੜੀ ਆ ਉਹ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਇਹ ਸਾਡਾ ਮੌਲਿਕ ਅਧਿਕਾਰ ਹੈ। ਤੇ ਜੇ ਸਰਕਾਰ ਇਹੋ ਜਿਹੇ ਕਾਰੋਬਾਰ ਕਰਦੀ ਹੈ, ਇਹੋ ਜਿਹੇ ਕੰਮ ਕਰਦੀ ਹੈ ਜਿਹਦੇ ਵਿੱਚ ਉਹਨਾਂ ਨੂੰ ਇਹ ਸਾਰਾ ਕੁਝ ਸਿਰਫ ਔਰ ਸਿਰਫ ਵਿਰੋਧ ਦੀ ਆਵਾਜ਼ ਨੂੰ ਦਬਾਉਣ ਲਈ ਕਰਨਾ ਪੈਂਦਾ ਤੇ ਉਹ ਬਹੁਤ ਮਾੜੀ ਗੱਲ ਹੈ। ਹੁਣ ਜੇ ਅਸੀਂ ਉਹਦੀ ਅਗਲੀ ਗੱਲ ਕਰੀਏ, US ਦੇ ਆਸਟ੍ਰੇਲੀਆ ਨਾਲ ਅਸੀਂ ਆਪਣੇ ਲੋਕਤੰਤਰ ਦਾ ਕੰਪੈਰੀਜ਼ਨ ਕਰਦੇ ਹਾਂ ਕਿਉਂਕਿ ਸਾਨੂੰ ਉਹਨਾਂ ਦਾ ਸਿਸਟਮ ਚੰਗਾ ਲੱਗਦਾ, ਉੱਥੇ ਹਰ ਬੰਦਾ ਆਪਣੀ ਆਵਾਜ਼ ਉਠਾ ਸਕਦਾ। ਜੇ ਅਸੀਂ ਇਸ ਤੋਂ ਪਿਛਲੀ ਮਨਮੋਹਨ ਸਰਕਾਰ ਦੀ ਗੱਲ ਕਰੀਏ, ਉਹਨਾਂ ਨੇ 5 ਸਾਲਾਂ 'ਚ ਕੋਈ 400 ਰੇਡਸ ਜਿਹੜੀਆਂ ਸੀ ED ਨੇ ਕੀਤੀਆਂ ਸੀ, ਪਰ ਮੋਦੀ ਸਰਕਾਰ ਦੇ ਦੌਰਾਨ ਇਹ ਜਿਹੜੀਆਂ ਰੇਡਸ ਆ ਇਹ 2000 ਹੋ ਗਈਆਂ। ਕਹਿਣ ਦਾ ਮਤਲਬ ਕਿ ਇਹ ਸਰਕਾਰ ਉਹਨਾਂ ਨਾਲੋਂ 5 ਗੁਣਾ ਜ਼ਿਆਦਾ ਜਿਹੜੀ ਆ ਇਸ ਚੀਜ਼ ਦੇ ਉੱਤੇ ਧਿਆਨ ਦੇ ਰਹੀ ਆ। ਜੇ ਤਾਂ ਇਹ ਸਿਰਫ ਰੇਡਸ ਕਰਦੇ ਨੇ ਕਿ ਉਹਨਾਂ ਦੇ ਕਾਲੇ ਧਨ ਨੂੰ ਬਾਹਰ ਲਿਆਉਣ ਲਈ ਜਾਂ ਉਹਨਾਂ ਦੇ ਬਿਜ਼ਨਸ ਦੀ ਜਿਹੜੀ ਆ ਕਲੀਨਲੀਨੈਸ ਨੂੰ ਦੇਖਣ ਲਈ ਜਾਂ ਟਰਾਂਸਪੇਰੈਂਸੀ ਦੇਖਣ ਲਈ ਕਿ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ, ਫਿਰ ਤੇ ਗੱਲ ਹੈਗੀ ਠੀਕ। ਪਰ ਜੇ ਤੁਸੀਂ ਸਿਰਫ ਉਹਨਾਂ ਨੂੰ ਦਬਾਉਣ ਲਈ ਇਹ ਸਾਰੇ ਕੰਮ ਕਰ ਰਹੇ ਆ ਫਿਰ ਬੜਾ ਗਲਤ ਆ। ਇਹਦੀ ਇਸ ਗੱਲ ਦੀ ਪ੍ਰੌੜਤਾ ਕਰਦੀ ਆ ਇਹ ਗੱਲ ਜਿਹੜੀ ਮੈਂ ਤੁਹਾਨੂੰ ਹੁਣ ਖਬਰ ਦੱਸਣੀ ਆ ਕਿ ਉਹ ਸਿਰਫ ਔਰ ਸਿਰਫ ਡਰਾਉਣ ਲਈ ਕੰਮ ਕਰਦੇ ਨੇ। ਉਹਨਾਂ ਦਾ 1000 ਕੇਸ ਉਹਨਾਂ ਨੇ ਦਰਜ ਕੀਤਾ ED ਦੇ ਥਰੂ ਤੇ 1000 ਕੇਸ ਦੇ ਵਿੱਚੋਂ ਕਿੰਨੇ ਕੇਸ ਸੱਚੇ ਪਾਏ ਗਏ ਹੋਣਗੇ ਤੁਸੀਂ ਸੋਚੋ, ਸਿਰਫ ਔਰ ਸਿਰਫ 9 ਕੇਸ। ਅੱਛਾ, ਮਤਲਬ 0.1% ਵੀ ਉਹਨਾਂ ਦੀ ਜਿਹੜੀ ਉਹਦੇ ਤੇ ਸੱਚਾਈ ਨਹੀਂ ਹੈਗੀ। 991 ਜਿਹੜੇ ਉਹ ਦਬਾਉਣ ਵਾਲੇ ਸੀ, ਉਹ ਸਿਰਫ ਦਬਾਉਣ ਵਾਲੇ ਸੀ। ਇਹੋ ਹਾਲ ਜਿਹੜਾ ਆ ਉਹਨਾਂ ਦੇ ED ਦੇ ਰੇਟ ਕੇਸਸ ਦਾ ਆ ਤੇ ਇਹੋ ਹਾਲ ਜਿਹੜਾ ਆ ਇਨਕਮ ਟੈਕਸ ਰੇਟਸ ਦਾ। ਸੋ ਲੋਕਤੰਤਰ ਦੇ ਵਿੱਚ ਤੁਸੀਂ ਜੇ ਇੱਦਾਂ ਲੋਕਾਂ ਦੀ ਆਵਾਜ਼ ਨੂੰ ਦਬਾਓਗੇ, ਜਿਹੜੀਆਂ ਤੁਹਾਡੀਆਂ ਨੀਤੀਆਂ ਫਿਰ ਸਹੀ ਨੇ ਉਹ ਵੀ ਗਲਤ ਲੱਗਣਗੀਆਂ ਜੀ। ਜਦੋਂ ਲੋਕ ਤੁਹਾਡੇ ਖਿਲਾਫ ਹੁੰਦੇ ਨੇ ਫਿਰ ਬਚਣ ਦਾ ਕੋਈ ਹੱਲ ਨਹੀਂ, ਕਿਉਂਕਿ ਮੈਂ ਐਮਰਜੈਂਸੀ ਵਾਲੀ ਗੱਲ ਸਿਰਫ ਇਹ ਦੱਸੀ ਆ ਕਿ
ਜੇ ਇੰਦਰਾ ਗਾਂਧੀ ਐਮਰਜੈਂਸੀ ਲਾਉਣ ਤੋਂ ਬਾਅਦ 2 ਸਾਲ ਬਾਅਦ ਆਪਣੀ ਸੀਟ ਵੀ ਹਾਰਦੀ ਸੀ ਤੇ ਬੀਜੇਪੀ ਨੂੰ ਇਹ ਗੱਲ ਸੋਚਣੀ ਪਊਗੀ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰੀਏ, ਨਾ ਕਿ ਦਬਾਉਣ। ਯੋਗੀ ਸਾਹਿਬ ਦੀ ਤੁਸੀਂ ਪ੍ਰਸ਼ੰਸਾ ਕਰਦੇ ਆ ਕਿ ਉਹਨਾਂ ਨੇ ਕੋਵਿਡ ਨਾਲ ਬਹੁਤ ਚੰਗੇ ਤਰੀਕੇ ਨਾਲ ਨਜਿੱਠਿਆ, ਪਰ ਜੋ ਕੁਝ ਹੋਇਆ, ਜਿਨ੍ਹਾਂ ਲੋਕਾਂ ਦੇ ਆਪਣੇ ਨੇੜੇ ਦੇ ਲੋਕ ਮਰੇ, ਉਹਨਾਂ ਨੇ ਤੁਹਾਡੀ ਪ੍ਰਸ਼ੰਸਾ ਵੀ ਨਹੀਂ ਸੁਣਨੀ ਤੇ ਸੱਚ ਜਿਹੜਾ ਆ ਉਹਨਾਂ ਨੇ ਜਾਣ ਲਿਆ। ਜਿਹਨੇ ਆਪ ਹੰਢਾਇਆ ਕੋਵਿਡ ਨੂੰ, ਉਹ ਕਿੱਦਾਂ ਕਹੂਗਾ ਕਿ ਮੇਰੇ ਕਿਸੇ ਦੀ ਆਕਸੀਜਨ ਦੇ ਨਾਲ ਮੌਤ ਜਿਹੜੀ ਆ ਉਹ ਨਹੀਂ ਹੋਈ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸਰਕਾਰ ਦੇ ਅੰਤ ਨੂੰ ਖਿਲਾਫ ਦੇ ਵਿੱਚ ਜਾਣਗੀਆਂ। ਕਿਸੇ ਅਦਾਰੇ ਨਾਲ ਤੇ ਜਦੋਂ ਤੁਸੀਂ ਛਾਪਾ ਮਾਰਦੇ ਆ, ਖਾਸ ਕਰਕੇ ਕਿਸੇ ਮੀਡੀਆ ਅਦਾਰੇ ਤੇ ਜਾਂ ਅਖਬਾਰ ਤੇ ਉਹ ਛਾਪਾ ਸਿਰਫ ਉਸ ਅਖਬਾਰ ਤੇ ਨਹੀਂ ਹੈਗਾ, ਉਹ ਛਾਪਾ ਅੰਤ ਨੂੰ ਉਹਨਾਂ ਲੱਖਾਂ ਕਰੋੜਾਂ ਪਾਠਕਾਂ ਤੇ ਆ ਜਿਹੜੇ ਉਸ ਅਖਬਾਰ ਨੂੰ ਪੜ੍ਹਦੇ ਨੇ, ਜਿਹੜੇ ਰੋਜ਼ ਸਵੇਰੇ ਉਡੀਕਦੇ ਨੇ ਕਿ ਇੱਥੋਂ ਸਾਨੂੰ ਜਾਣਕਾਰੀ ਜਿਹੜੀ ਆ ਠੀਕ ਮਿਲਣੀ। ਕੋਈ ਵੀ ਅਖਬਾਰ ਹਿੰਦੁਸਤਾਨ ਦੇ ਵਿੱਚ ਫ੍ਰੀ ਤਾਂ ਵਿਕਦੀ ਨਹੀਂ, ਪੈਸੇ ਖਰਚ ਕੇ ਅਸੀਂ ਅਖਬਾਰ ਖਰੀਦਦੇ ਹਾਂ ਤੇ ਪੈਸੇ ਅਸੀਂ ਉਸੇ ਚੀਜ਼ ਤੇ ਖਰਚਦੇ ਹਾਂ ਜਿਹੜੀ ਸਾਨੂੰ ਠੀਕ ਲੱਗਦੀ ਹੋਵੇ। ਸਭ ਤੋਂ ਵੱਡੀ ਗੱਲ ਸਾਡਾ ਭਰੋਸਾ ਜੁੜਿਆ ਹੁੰਦਾ ਉਹਦੇ ਨਾਲ। ਬਿਲਕੁਲ, ਤੁਸੀਂ ਬਿਲਕੁਲ ਸਵਲੀਨ ਜੀ ਸਹੀ ਦੱਸਿਆ ਕਿ ਸਾਡਾ ਭਰੋਸਾ ਜੁੜਿਆ ਹੁੰਦਾ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਜਿਹੜੀ ਸਰਕਾਰ ਅਸੀਂ ਚੁਣ ਕੇ ਭੇਜੀ ਉਹ ਸਾਡੇ ਲਈ ਕੀ ਕਰ ਰਹੀ ਆ। ਠੀਕ ਆ, ਕਰੋਨਾ ਇੱਕ ਮਹਾਮਾਰੀ ਸੀ, ਉਹਦੇ ਵਿੱਚ ਤੁਸੀਂ ਉਸ ਨੂੰ ਨਿਪਟਣ ਦੇ ਵਿੱਚ ਜੇ ਨਾ ਕਾਮਯਾਬੀ ਰਹੇ ਆ ਤੇ ਕੋਈ ਤੁਹਾਡੇ ਤੋਂ ਅਸਤੀਫਾ ਨਹੀਂ ਮੰਗ ਰਿਹਾ, ਕੋਈ ਤੁਹਾਡੇ ਗਲੇ ਦੇ ਵਿੱਚ ਕਿਸੇ ਨੇ ਫਾਹਾ ਨਹੀਂ ਟੰਗਿਆ ਹੋਇਆ ਕਿ ਤੁਹਾਨੂੰ ਕਿਸੇ ਨੇ ਫਾਂਸੀ ਲਟਕਾ ਦੇਣਾ, ਪਰ ਘੱਟੋ ਘੱਟ ਲੋਕਾਂ ਨੂੰ ਸੱਚ ਤੇ ਦੱਸੋ। ਤੁਸੀਂ ਸਟੇਟ ਦੇ ਹੈਡ ਆ ਜਾਂ ਤੁਸੀਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਇੱਕ ਗੱਲ ਸਾਫ਼ ਕਹਿ ਦਿਓ ਕਿ ਵੱਡੀ ਸਮੱਸਿਆ ਸੀ, ਸਾਡੇ ਸਾਧਨ ਘੱਟ ਸੀ, ਅਸੀਂ ਇੰਨਾ ਕਰ ਸਕੇ, ਇੰਨਾ ਨਹੀਂ ਕਰ ਸਕੇ। ਤੁਸੀਂ ਅੱਜ ਇੱਕ ਗੱਲ ਨੂੰ ਲੁਕੋ ਲੈਂਦੇ ਆ। ਅਸੀਂ ਅਕਸਰ ਕਹਿੰਦੇ ਆ ਕਿ ਸੱਚ ਨੂੰ ਲੁਕਾਉਣਾ ਨਹੀਂ ਪੈਂਦਾ ਤੇ ਇੱਕ ਝੂਠ ਬੋਲੋ ਤੇ ਫਿਰ 100 ਝੂਠ ਹੋਰ ਬੋਲਣੇ ਪੈਂਦੇ ਨੇ। ਪਹਿਲਾਂ ਤੁਸੀਂ ਅੰਕੜੇ ਲੁਕੋ ਲਏ, ਹੁਣ ਉਹਨਾਂ ਨੂੰ ਲੁਕਾਉਣ ਲਈ, ਉਹਨਾਂ ਨੂੰ ਜਗਜ਼ਾਰ ਹੋਣ ਤੋਂ ਬਾਅਦ ਫਿਰ ਤੁਸੀਂ ਜਿਹੜੇ ਉਹ ਜਗਜ਼ਾਰ ਕਰ ਰਹੇ ਉਹਨਾਂ ਦਿਵਾਲੇ ਆ, ਉਹਨਾਂ ਦਿਵਾਲੇ ਹੋਣ ਤੋਂ ਬਾਅਦ ਫਿਰ ਉਹਨਾਂ ਦੇ ਕੇਸ ਕੋਰਟ ਦੇ ਵਿੱਚ ਲੱਗਣਗੇ, ਫਿਰ ਤੁਸੀਂ ਉੱਥੇ ਆਪਣੇ ਉਹ ਕਰੋਗੇ। ਸੋ ਇਹਨਾਂ ਨੇ ਅੰਕੜਿਆਂ ਨੂੰ ਲੁਕਾਉਣ ਲਈ ਹੀ ਕਿੰਨੇ ਕਰੋੜਾਂ ਰੁਪਈਏ ਜਿਹੜੇ ਆ ਉਹ ਖਰਚ ਕੀਤੇ ਨੇ। ਐਡਵਰਟਾਈਜ਼ਮੈਂਟ ਤਾਂ ਕੀਤੀ ਹੈ ਨਾ, ਲੋਕ ਸੰਪਰਕ ਵਿਭਾਗ ਮਸ਼ਹੂਰੀਆਂ ਤਾਂ ਦਿੰਦਾ ਨਾ। ਇਸੇ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ 3 ਕਾਨੂੰਨ ਪਾਸ ਹੋਏ, ਜਿਨ੍ਹਾਂ ਦੀ ਜਾਣਕਾਰੀ ਲਈ ਸਾਰੇ ਦੇਸ਼ ਦੇ ਲੋਕਾਂ ਨੇ ਉਹ ਕਾਨੂੰਨ ਪੜ੍ਹ ਲਏ ਕਿਉਂਕਿ ਉਹਦਾ ਰੌਲਾ ਇੰਨਾ ਪੈ ਗਿਆ। ਤੇ ਮੋਦੀ ਸਰਕਾਰ ਨੇ 500 ਕਰੋੜ ਤੋਂ ਜ਼ਿਆਦਾ ਰੁਪਈਆ ਉਹਨਾਂ ਦੇ ਸੂਚਨਾ ਪ੍ਰਸਾਰਣ ਵਿਭਾਗ ਨੇ ਇਹਨਾਂ ਕਾਨੂੰਨਾਂ ਦੇ ਸਹੀ ਹੋਣ ਤੇ ਖਰਚ ਦਿੱਤਾ। ਚਾਹੇ ਉਹਦੇ ਕਿਤਾਬਚੇ ਬਣਾ ਕੇ ਬੀਜੇਪੀ ਦੇ ਲੀਡਰਾਂ ਨੇ ਪੰਜਾਬ 'ਚ ਵੰਡੇ, ਚਾਹੇ ਨੈਸ਼ਨਲ ਨਿਊਜ਼ਪੇਪਰ ਦੇ ਵਿੱਚ ਐਡ ਉਹਨਾਂ ਦੀ ਲੱਗਦੀ ਰਹੀ ਕਿ ਇਹ ਕਾਨੂੰਨ ਜਿਹੜੇ ਆ ਉਹ ਕੀ ਕਰਨਗੇ ਕੀ ਨਹੀਂ ਕਰਨਗੇ, ਚਾਹੇ ਟੈਲੀਵਿਜ਼ਨ ਤੇ ਉਹਨਾਂ ਦੀ ਐਡ ਚੱਲਦੀ ਰਹੀ। ਫਿਰ ਜਦੋਂ ਤੁਸੀਂ ਇੰਨੇ ਪੈਸੇ ਖਰਚਦੇ ਆ ਤੇ ਉਸ ਤੋਂ ਪਹਿਲਾਂ ਚੰਗੀ ਗੱਲ ਆ ਕਿ ਤੁਸੀਂ ਉਹਨਾਂ ਦਾ ਜਿਹੜਾ ਸੱਚਾ ਪੱਖ ਆ ਉਹੀ ਉਹਨਾਂ ਦੇ ਸਾਹਮਣੇ ਰੱਖੋ। ਬਿਲਕੁਲ। ਅਗਲੀ ਗੱਲ ਕਿਸਾਨ ਸੰਸਦ ਦੀ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਗੱਲ ਕਰਾਂਗੇ ਕਿਸਾਨ ਸੰਸਦ ਦੀ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ। ਸ਼ਰਮਾ ਜੀ, ਕੱਲ ਕਿਸਾਨਾਂ ਨੇ ਸਰਕਾਰ ਦੀ ਹਿੱਕ ਤੇ ਕਿਸਾਨ ਸੰਸਦ ਸ਼ੁਰੂ ਕੀਤੀ ਹੈ, ਕਿਵੇਂ ਦੀ ਰਹੀ ਉਹ ਕਿਸਾਨ ਸੰਸਦ? ਇੱਕ ਨਵੀਂ ਤਰ੍ਹਾਂ ਦਾ ਇਹ ਪ੍ਰਯੋਗ ਕਹਿ ਸਕਦੇ ਆ ਜਾਂ ਤੁਸੀਂ ਇਹਨੂੰ ਕਹਿ ਸਕਦੇ ਆ ਵਿਰੋਧ ਦਾ ਢੰਗ। ਸੁਣੀ ਜੀ, ਦਰਸ਼ਕਾਂ ਨੂੰ ਯਾਦ ਹੋਣਾ, ਤੁਹਾਨੂੰ ਵੀ ਯਾਦ ਹੋਣਾ, ਬੀਤੇ ਦੇ ਵਿੱਚ ਜਦੋਂ ਵੀ ਵਿਧਾਨ ਸਭਾ ਦੇ ਵਿੱਚੋਂ ਵਿਰੋਧੀ ਪਾਰਟੀ ਦੇ ਧਿਰ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਜਾਂ ਉਹ ਆਪ ਵਾਕਆਊਟ ਕਰ ਜਾਂਦੇ ਨੇ ਤੇ ਉਹ ਬਾਹਰ ਜਾ ਕੇ ਫਿਰ ਉਹ ਵੀ ਇਦਾਂ ਦੀ ਜਿਹੜੀ ਇੱਕ ਫੈਬਰੀਕੇਟਡ ਵਿਧਾਨ ਸਭਾ ਬਣਾ ਲੈਂਦੇ ਨੇ, ਕੁਰਸੀਆਂ ਡਾ ਲੈਂਦੇ ਨੇ ਤੇ ਇੱਕ ਬੰਦਾ ਸਪੀਕਰ ਬਣ ਜਾਂਦਾ ਤੇ ਦੂਜੇ ਬੰਦੇ ਉਹਦੇ 'ਚ ਵਿਚਾਰ ਜਿਹੜੇ ਆਪਣੇ ਆਪਣੇ ਪੇਸ਼ ਕਰਦੇ ਨੇ। ਵਜ੍ਹਾ ਉੱਥੇ ਵੀ ਉਹੀ ਹੁੰਦੀ ਆ ਕਿ ਉਹ ਆਪਣੀ ਗੱਲ ਜਿਹੜੀ ਆ ਲੋਕਾਂ ਸਾਹਮਣੇ ਰੱਖਣੀ ਚਾਹੁੰਦੇ ਨੇ ਤੇ ਮੀਡੀਆ ਉਹਨੂੰ ਮਾਈਲੇਜ ਦਿੰਦਾ ਤੇ ਦੂਸਰੇ ਦਿਨ ਇਹ ਗੱਲ ਖਬਰ ਆਉਂਦੀ ਆ ਵੀ ਅੰਦਰ ਕਾਂਗਰਸ ਦੀ ਵਿਧਾਨ ਸਭਾ ਚੱਲ ਰਹੀ ਸੀ ਤੇ ਬਾਹਰ ਅਕਾਲੀ ਦਲ ਵਾਲਿਆਂ ਨੇ ਆਪਣੀ ਵਿਧਾਨ ਸਭਾ ਲਾਈ, ਤੇ ਜਾਂ ਫਿਰ ਅੰਦਰ ਬਾਦਲ ਸਾਹਿਬ ਦੀ ਸੰਸਦ ਚੱਲ ਰਹੀ ਸੀ ਤੇ ਬਾਹਰ ਜਿਹੜੇ ਕਾਂਗਰਸ ਦੇ ਵਿਧਾਇਕ ਸੀ ਜਿਨ੍ਹਾਂ 'ਚ ਰਾਜਾ ਵੜਿੰਗ ਸ਼ਾਮਲ ਸੀ ਜਾਂ ਫਲਾਨਾ ਸ਼ਾਮਲ ਸੀ, ਉਹ ਨਾਮ ਲੈ ਕੇ ਮੀਡੀਆ ਦੇ ਵਿੱਚ ਉਹਨਾਂ ਨੂੰ ਇੱਕ ਕਵਰੇਜ ਮਿਲਦੀ ਆ ਤੇ ਲੋਕਾਂ ਨੂੰ ਲੱਗਦਾ ਹੈ ਕਿ ਜਿਨ੍ਹਾਂ ਦੀ ਗੱਲ ਅੰਦਰ ਨਹੀਂ ਸੁਣੀ ਜਾਂਦੀ ਉਹ ਬਾਹਰ ਆ ਕੇ ਆਪਣੀ ਗੱਲ ਸੁਣਾਉਂਦੇ ਨੇ। ਤੇ ਭਾਰਤ ਦੇ ਵਿੱਚ ਲੀਡਰਾਂ ਨੇ ਕਈ ਵਾਰ ਇਸ ਕਿਸਾਨ ਅੰਦੋਲਨ ਦੀ ਜਿਹੜੀ ਆ ਉਹ ਨਿਖੇਧੀ ਕੀਤੀ ਆ ਤੇ ਉਹਨਾਂ ਲਈ ਬਹੁਤ ਬੁਰੇ ਸ਼ਬਦ ਵਰਤੇ ਆ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਇਹਨਾਂ ਨੂੰ ਕਈ ਵਾਰ ਪਰਜੀਵੀ ਕਿਹਾ ਤੇ ਹੋਰ ਵੀ ਬਹੁਤ ਸਾਰੇ ਅੰਦੋਲਨ ਜੀਵੀ ਤੇ ਪਤਾ ਨਹੀਂ ਕੀ ਗੱਲਾਂ ਕੀਤੀਆਂ। ਉਹ ਇਸ ਗੱਲ ਨੂੰ ਭੁੱਲ ਗਏ ਕਿ ਅੰਦੋਲਨ ਦੇ ਵਿੱਚੋਂ ਹੀ ਭਾਰਤ ਮੁਲਕ ਜਿਹੜਾ ਉਹ ਜਨਮ ਲਿਆ। ਇਹਨਾਂ ਅੰਦੋਲਨਾਂ ਨਾਲ ਹੀ ਅੰਗਰੇਜ਼ੀ ਜਿਹੜਾ ਸਾਮਰਾਜ ਸੀਗਾ ਉਹਨੂੰ ਪੁੱਟਿਆ ਗਿਆ ਸੀ। ਤੇ ਬੀਤੇ 8 ਮਹੀਨਿਆਂ ਤੋਂ ਅਸੀਂ ਗੱਲ ਕਰੀ ਜਾਂਦੇ ਹਾਂ ਕਿਸਾਨ ਅੰਦੋਲਨ ਦੇ ਲੋਕ ਕੀ ਵਿਰੋਧ ਕਰ ਰਹੇ ਨੇ। ਸੰਸਦ ਨੂੰ ਘੇਰਨ ਦੀ ਤਿਆਰੀ ਸੀ ਜਾਂ ਸੰਸਦ ਵੱਲ ਪ੍ਰਦਰਸ਼ਨ ਕਰਨ ਜਾਣ ਦੀ ਤਿਆਰੀ ਸੀ, ਕਿਉਂਕਿ ਉੱਥੇ ਮੌਨਸੂਨ ਸੈਸ਼ਨ ਦਾ ਸਮਾਗਮ ਚੱਲਣਾ ਸੀ। ਮੌਨਸੂਨ ਰੁੱਤ ਦਾ ਸੈਸ਼ਨ ਜਿਹੜਾ ਆ
ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਚੱਲਣਾ ਸੀ ਤੇ ਸਾਰੇ ਮੀਡੀਆ ਦੀ ਨਜ਼ਰ ਉੱਥੇ ਰਹਿੰਦੀ ਆ ਤੇ ਕਿਸਾਨਾਂ ਨੂੰ ਲੱਗਦਾ ਸੀ ਕਿ ਅਸੀਂ ਵੀ ਉੱਥੇ ਜਾ ਕੇ ਆਪਣੀ ਗੱਲ ਰੱਖਾਂਗੇ ਤੇ ਸਾਡੀ ਗੱਲ ਵੀ ਸੁਣੀ ਜਾਊਗੀ। ਸਰਕਾਰ ਤੇ ਉੱਤੇ ਇਹਦਾ ਕੋਈ ਅਸਰ ਸੀ ਜਾਂ ਨਹੀਂ ਸੀ, ਪਰ ਕਿਉਂਕਿ ਬੀਤੇ ਸਮੇਂ ਦੇ ਵਿੱਚ ਸਰਕਾਰ ਨੇ NCR ਜਿਹੜਾ ਨੈਸ਼ਨਲ ਕੈਪੀਟਲ ਰੀਜਨ ਆ ਉਹਦੀ ਪੁਲਿਸ ਦੇ ਉੱਤੇ ਆਪਣੀ ਸੱਤਾ ਜਿਹੜੀ ਆ ਬਹੁਤ ਪਕੜ ਜਿਹੜੀ ਆ ਮਜ਼ਬੂਤ ਕੀਤੀ ਹੋਈ, ਕਿਉਂਕਿ ਜਿਹੜੀ ਦਿੱਲੀ ਦੀ ਪੁਲਿਸ ਆ ਉਹ ਗ੍ਰਹਿ ਮੰਤਰੀ ਦੇ ਅਧੀਨ ਹੁੰਦੀ ਆ, ਕਿਉਂਕਿ ਉਹ ਰਾਜਧਾਨੀ ਦਾ ਏਰੀਆ ਆ। ਇਸੇ ਕਰਕੇ ਦਿੱਲੀ ਪੁਲਿਸ ਉੱਥੇ ਮੌਕੇ ਬੇਮੌਕੇ ਜਿੰਨਾ ਕੁ ਹੋ ਸਕਦੀ ਆ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਦਾ, ਤੋੜਨ ਦਾ ਤੇ ਕਮਜ਼ੋਰ ਕਰਨ ਦਾ ਯਤਨ ਕਰਦੀ ਰਹੀ। ਇਸੇ ਕੜੀ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਉਹ ਜਿਹੜਾ ਸੰਸਦ ਵੱਲ ਮਾਰਚ ਕਰਨ ਦੀ ਇਜਾਜ਼ਤ ਜਿਹੜੀ ਆ ਨਹੀਂ ਦਿੱਤੀ ਸੀ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਜੰਤਰ ਮੰਤਰ ਤੇ ਬੈਠ ਜਾਓ। ਪਰ ਇਹ ਬਹੁਤ ਸਾਰੀਆਂ ਗੱਲਾਂ ਆ, ਕਈ ਵਾਰ ਆਪਾਂ ਅਕਸਰ ਇਹ ਗੱਲ ਸਵਲੀਨ ਜੀ ਬੋਲਦੇ ਸੁਣਦੇ ਪੜ੍ਹਦੇ ਆ ਕਿ ਹਿਸਟਰੀ ਰਿਪੀਟਸ ਇਟਸੈਲਫ। ਜਦੋਂ ਇਸੇ ਦੇਸ਼ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਇਸੇ ਯੰਤਰ ਮੰਤਰ ਤੇ ਬਹੁਤ ਸਾਰੇ ਅੰਦੋਲਨ ਇਹੋ ਜਿਹੇ ਹੋਏ ਸੀ ਜਿਨ੍ਹਾਂ ਨੇ ਇਸ ਸਰਕਾਰ ਨੂੰ ਉਖਾੜਨ ਦੇ ਵਿੱਚ ਵੱਡੀ ਮਦਦ ਕੀਤੀ ਸੀ। ਚਾਹੇ ਉਹ ਰਾਮਦੇਵ ਦਾ ਅੰਦੋਲਨ ਸੀ, ਚਾਹੇ ਉਹ ਜਿਹੜੇ ਸੀਗੇ ਅੰਨਾ ਹਜ਼ਾਰੇ ਵਾਲੀ ਮੂਵਮੈਂਟ ਸੀ ਤੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਮੂਵਮੈਂਟ ਸੀਗੀਆਂ, ਸਵਰਾਜ ਲਹਿਰ ਸੀਗੀ ਤੇ ਜਿਹੜਾ ਤੁਹਾਡਾ ਹੈਗਾ ਇੱਕ ਰੇਪ ਕੇਸ ਹੋਇਆ ਸੀ ਉਹਦੇ ਖਿਲਾਫ ਤੇ ਲੋਕਪਾਲ ਬਿੱਲ ਦੇ ਖਿਲਾਫ ਉਹਨਾਂ ਨੇ ਉੱਥੇ ਬੜੇ ਲੰਬੇ ਐਜੀਟੇਸ਼ਨ ਜਿਹੜੇ ਆ ਉਹ ਕੀਤੇ ਸੀ। ਤੇ ਹੁਣ ਫਿਰ ਕਿਸਾਨਾਂ ਨੇ ਉੱਥੇ ਇੱਕ ਉਹਨੂੰ ਤੁਸੀਂ ਬਨਾਵਟੀ ਵੀ ਨਹੀਂ ਕਹਿ ਸਕਦੇ ਤੇ ਸੰਸਦ ਵੀ ਨਹੀਂ ਕਹਿ ਸਕਦੇ, ਵਿਰੋਧ ਪ੍ਰਦਰਸ਼ਨ ਦਾ ਇੱਕ ਤਰੀਕਾ ਸੀ ਕਿ ਉੱਥੇ ਆਪਣੀ ਸੰਸਦ ਲਾਈ। ਤੇ ਜਿੱਦਾਂ ਕਿ ਸਾਰੇ ਜਾਣਦੇ ਆ ਕਿ ਜਦੋਂ ਸੰਸਦ ਦੀ ਕਿਸੇ ਵੀ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉੱਥੇ ਜਿਹੜਾ ਆ ਮੌਨ ਰੱਖਿਆ ਜਾਂਦਾ ਉਹਨਾਂ ਬੰਦਿਆਂ ਦੇ ਨਾਂ ਤੇ ਜਿਹੜੇ ਸੰਸਦ ਦੇ ਮੈਂਬਰ ਉਸ ਟੈਨਿਓਰ ਦੇ ਦੌਰਾਨ ਸਵਰਗ ਸਿਧਾਰ ਗਏ ਨੇ ਜਾਂ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ। ਕਈ ਵਾਰ ਜਿਹੜੀਆਂ ਫੇਮਸ ਪਰਸਨੈਲਿਟੀਜ਼ ਆ ਉਹਨਾਂ ਲਈ ਵੀ ਉਹ ਮੌਨ ਵਰਤ ਜਿਹੜਾ ਰੱਖਿਆ ਜਾਂਦਾ ਤੇ ਇਹਨਾਂ ਨੇ ਵੀ ਕਿਸਾਨ ਆਗੂਆਂ ਨੇ ਵੀ ਉੱਥੇ ਜਿਹੜੇ ਆਪਣੇ 600 650 ਤੋਂ ਜ਼ਿਆਦਾ ਕਿਸਾਨ ਇਸ ਅੰਦੋਲਨ ਦੇ ਦੌਰਾਨ ਇਸ ਦੁਨੀਆ ਨੂੰ ਛੱਡ ਕੇ ਗਏ ਜਾਂ ਜਿਨ੍ਹਾਂ ਦੀ ਮੌਤ ਇਸ ਸਮੇਂ ਦੌਰਾਨ ਹੋਈ ਇਸ ਅੰਦੋਲਨ ਦੇ ਦੌਰਾਨ, ਜਿਨ੍ਹਾਂ ਨੂੰ ਅਸੀਂ ਕਿਸਾਨ ਆਗੂ ਤੇ ਸ਼ਹੀਦ ਕਹਿੰਦੇ ਨੇ ਕਿਉਂਕਿ ਉਹਨਾਂ ਦੇ ਸਾਥੀ ਸੀ, ਇੱਕ ਮੂਵਮੈਂਟ ਦਾ ਹਿੱਸਾ ਸੀ, ਲੜਾਈ ਦਾ ਹਿੱਸਾ ਸੀ ਤੇ ਜਦੋਜਹਿਦ ਦੇ ਵਿੱਚ ਸੀ ਤੇ ਉਸ ਦੌਰਾਨ ਉਹਨਾਂ ਦੀ ਮੌਤ ਹੋਈ ਤੇ ਉਸ ਅੰਦੋਲਨ ਦੇ ਤੇ ਵਾਕਈ ਉਹ ਸ਼ਹੀਦ ਹੀ ਨੇ। ਤੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹ ਵੀ ਕਿਹਾ ਹੋਇਆ ਕਿ ਜਿੰਨੇ ਵੀ ਇਹ ਲੋਕ ਜਿਹੜੇ ਨੇ ਇਹਨਾਂ ਦੀ ਮੌਤ ਹੋਈ ਆ ਇਹਨਾਂ ਨੂੰ ਆਗੂ ਜਿਹੜੇ ਨੇ ਬਾਅਦ ਵਿੱਚ ਇੱਕ ਬਣਦੀ ਉਹਨਾਂ ਦੀ ਜਿਹੜੀ ਮਦਦ ਆ ਉਹ ਜਿੰਨੀ ਵੀ ਹੋ ਸਕਣਗੇ ਜਿੱਦਾਂ ਵੀ ਹੋ ਸਕਣਗੇ ਉਹ ਕਰਨਗੇ। ਤਾਂ ਕਿਸਾਨ ਸੰਸਦ ਦੀ ਸ਼ੁਰੂਆਤ ਉਹਨਾਂ ਨੇ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਜਿਨ੍ਹਾਂ ਦੇ ਬਾਰੇ ਬੀਤੇ ਦਿਨੀ ਸਾਡੀ ਸੰਸਦ ਨੇ ਕਿਹਾ ਸੀਗਾ ਕਿ ਇੱਥੇ ਸਾਡੀ ਜਾਣਕਾਰੀ ਦੇ ਵਿੱਚ ਨਰਿੰਦਰ ਸਿੰਘ ਤੋਮਰ ਨੇ ਕਿਹਾ ਸੀਗਾ ਕਿ ਕੋਈ ਕਿਸਾਨ ਜਿਹੜਾ ਮੌਤ ਕਿਸੇ ਵੀ ਕਿਸਾਨ ਦੀ ਨਹੀਂ ਹੋਈ ਤੇ ਨਾ ਹੀ ਕੋਈ ਮੁਆਵਜ਼ੇ ਦੀ ਤਜਵੀਜ਼। ਉਸ ਤੋਂ ਬਾਅਦ ਫਿਰ ਦਿਨ ਦੇ ਵਿੱਚ 3 ਸੈਸ਼ਨ ਹੁੰਦੇ ਨੇ, ਤਿੰਨਾਂ ਸੈਸ਼ਨਾਂ ਦੇ ਵਿੱਚ ਸਪੀਕਰ ਤੇ ਡਿਪਟੀ ਸਪੀਕਰ ਆਪਣੀ ਭੂਮਿਕਾ ਨਿਭਾਉਂਦੇ ਨੇ। ਫਿਰ ਕਿਸਾਨ ਆਗੂਆਂ ਨੇ ਆਪਣੇ ਸਪੀਕਰ ਚੁਣੇ। ਪਹਿਲੇ ਸੈਸ਼ਨ ਦੇ ਵਿੱਚ ਹਨਨ ਮੌਲਾ ਜੀ ਸਪੀਕਰ ਸੀ ਤੇ ਮਨਜੀਤ ਰਾਏ ਡਿਪਟੀ ਸਪੀਕਰ ਸੀ। ਦੂਸਰੇ ਸੈਸ਼ਨ ਦੇ ਵਿੱਚ ਯੋਗਿੰਦਰ ਯਾਦਵ ਜੀ ਸਪੀਕਰ ਸੀ ਤੇ ਹਰਮੀਤ ਕਾਦੀਆਂ ਜੀ ਡਿਪਟੀ ਸਪੀਕਰ ਸੀ। ਤੀਜੇ ਸੈਸ਼ਨ ਦੇ ਵਿੱਚ ਫਿਰ ਸ਼ਿਵ ਕੱਕਾ ਜੀ ਸਪੀਕਰ ਸੀ ਤੇ ਰਮਿੰਦਰ ਪਟਿਆਲਾ ਜਿਹੜੇ ਆ ਉਹ ਡਿਪਟੀ ਸਪੀਕਰ ਸੀ ਤੇ ਵੱਖਰੇ ਵੱਖਰੇ ਆਗੂਆਂ ਨੇ ਫਿਰ ਉਹ ਪੂਰੇ ਸਮੇਂ ਦੇ ਦੌਰਾਨ ਬੋਲ ਕੇ ਆਪਣੇ ਵਿਚਾਰ ਰੱਖ ਕੇ ਇਹਨਾਂ ਕਾਨੂੰਨਾਂ ਤੇ ਵੀ ਬਹਿਸ ਕੀਤੀ ਤੇ ਉਸ ਸਰਕਾਰ ਦੀਆਂ ਕਮੀਆਂ ਵੀ ਉਹਨਾਂ ਨੂੰ ਗਿਣਾਈਆਂ। ਪਰ ਗੱਲ ਜਿਹੜੀ ਆ ਫਿਰ ਉੱਥੇ ਹੀ ਆ ਕਿ ਬਹੁਤ ਸਾਰੇ ਜਿਹੜੇ ਮੀਡੀਆ ਚੈਨਲ ਆ ਉਹ ਉੱਥੋਂ ਗਾਇਬ ਸੀ ਜਿਹੜੇ ਕਿ ਸਿਰਫ ਔਰ ਸਿਰਫ ਸਰਕਾਰ ਦੀ ਤੂਤੀ ਵਜਾਉਂਦੇ ਆ, ਜਿਨ੍ਹਾਂ ਨੂੰ ਸਰਕਾਰ ਤੋਂ ਜਿਹੜੀ ਆ ਉਹ ਸਰਕਾਰੀ ਇਸ਼ਤਿਹਾਰ ਮਿਲਦੇ ਆ ਸੂਚਨਾ ਪ੍ਰਸਾਰਣ ਵਿਭਾਗ ਤੋਂ ਤੇ ਉਹਨਾਂ ਨੂੰ ਪੈਸੇ ਮਿਲਦੇ ਆ ਤੇ ਉਹ ਉਹਨਾਂ ਦੀ ਹੀ ਜਿਹੜੀ ਆ ਗੁਣਗਾਨ ਕਰਦੇ ਆ। ਪਰ ਕਿਉਂਕਿ ਸਮਾਂ ਜਿਹੜਾ ਆ ਹੁਣ ਹੋਰ ਤਰ੍ਹਾਂ ਦੇ ਵੀ ਪ੍ਰਚਾਰ ਪ੍ਰਸਾਰ ਦੇ ਸਾਧਨ ਡਿਜੀਟਲ ਚੈਨਲ ਤੇ ਵੈਬ ਚੈਨਲ ਜਿਹੜੇ ਨੇ ਮੌਜੂਦ ਨੇ ਤੇ ਉਹ ਜਿਹੜੀ ਕਿਸਾਨਾਂ ਦੀ ਗੱਲ ਆ ਉਹ ਸਾਰੀ ਦੁਨੀਆ ਤੱਕ ਜਿਹੜੀ ਆ ਸੁਣੀ ਗਈ ਆ, ਦੇਖੀ ਗਈ ਆ ਤੇ ਲੋਕਾਂ ਨੇ ਉਹਦੀ ਗੱਲ ਇਦਾਂ ਰੱਖੀ ਆ ਕਿ ਕਿਉਂਕਿ ਸੰਸਦ ਵਿੱਚ ਸਾਡੀ ਗੱਲ ਨਹੀਂ ਸੁਣੀ ਗਈ ਇਸ ਕਰਕੇ ਕਿਸਾਨ ਆਗੂਆਂ ਨੇ ਇੱਕ ਵੱਖਰੀ ਸੰਸਦ ਬਾਹਰ ਬਣਾਈ। ਤੇ ਦੇਖਣ ਵਾਲੀ ਗੱਲ ਇਹ ਸੀ ਕਿ ਉੱਥੇ ਕੋਈ ਰੌਲਾ ਰੱਪਾ ਨਹੀਂ ਸੀ, ਹਰ ਬੰਦਾ ਬੋਲਣ ਵਾਲੇ ਵਿਚਾਰਕ ਦੀ ਬੋਲਣ ਵਾਲੇ ਪ੍ਰਵਕਤਾ ਦੀ ਗੱਲ ਬੜੇ ਧਿਆਨ ਨਾਲ ਸੁਣਦਾ ਸੀ ਤੇ ਪੂਰੇ ਟਾਈਮ ਤੇ ਜਦੋਂ ਉਹ ਬੰਦ ਹੋਈ ਆ ਤੇ ਫਿਰ ਉਹ ਕਿਸਾਨ ਉੱਥੋਂ ਵਾਪਸ ਆਏ ਤੇ ਅੱਜ ਫਿਰ ਉਸੇ ਤਰੀਕੇ ਨਾਲ ਜਿਹੜੀ ਸੰਸਦ ਆ ਉਹ ਚੱਲ ਰਹੀ ਹੈ। ਤੇ ਜੇ ਗੱਲ ਖੇਤੀਬਾੜੀ ਮੰਤਰੀ ਦੀ ਕਰੀਏ ਤੇ ਉਹਨਾਂ ਨੇ ਫਿਰ ਉਹੀ ਰਾਗ ਲਾਪਤਾ। ਮੰਤਰੀ ਸਾਹਿਬ ਤਾਂ ਤੇ ਇਦਾਂ ਜਿੱਦਾਂ ਉਹ ਸਾਡੇ ਸਮੇਂ ਦੇ ਵਿੱਚ ਆਡੀਓ ਕੈਸੇਟਸ ਫਸ ਜਾਂਦੀਆਂ ਸੀ ਤੇ ਉਹ ਇੱਕੋ ਹੀ ਗੱਲ ਲਗਾਤਾਰ ਉਹ ਬੋਲਦੀ ਰਹਿੰਦੀ ਸੀ। ਖਬਰ ਪੜ੍ਹ ਕੇ ਭੁਲੇਖਾ ਪੈ ਜਾਂਦਾ ਵੀ ਕਿਤੇ ਪੁਰਾਣੀ ਤਾਂ ਨਹੀਂ। ਕਈ ਵਾਰ ਇਦਾਂ ਹੀ ਲੱਗਦਾ ਕਿ ਇਹ ਕਿਤੇ ਬਿਆਨ ਕੋਈ ਪਹਿਲਾਂ ਤਾਂ ਨਹੀਂ ਲੱਗ ਗਿਆ ਕਿਉਂਕਿ ਉਹ 6-7-8 ਮਹੀਨਿਆਂ ਤੋਂ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਅੰਦੋਲਨ ਖਤਮ ਕਰਨ ਕਿਸਾਨ ਅਸੀਂ ਗੱਲਬਾਤ ਲਈ ਤਿਆਰ ਆ, ਪਰ ਗੱਲ ਉਹ ਕਰੋ ਜਿਹੜੀ ਅਸੀਂ ਇਸ ਤੋਂ ਬਾਅਦ ਉਹ ਦੂਜਾ ਤੀਜਾ ਸ਼ਬਦ ਕਦੇ ਨਹੀਂ ਬੋਲਦੇ। ਜਿੱਦਾਂ ਅਸੀਂ ਪਿਛਲੇ ਪ੍ਰੋਗਰਾਮ ਦੇ ਹਿੱਸੇ 'ਚ ਗੱਲ ਕੀਤੀ ਹੈ ਕਿ ਮੋਦੀ ਸਰਕਾਰ ਨੇ 500-600 ਕਰੋੜ ਰੁਪਈਆ ਇਸ ਗੱਲ ਦੇ ਉੱਤੇ ਖਰਚ ਕੀਤਾ ਕਿ ਇਹ ਕਾਨੂੰਨ ਸਹੀ ਨੇ, ਪਰ ਕਾਨੂੰਨ ਕਿੰਨੇ ਕੁ ਸਹੀ ਨੇ ਉਹ ਕਿਸਾਨਾਂ ਨੇ ਕੱਲੀ ਗੱਲ ਜਿਹੜੀ ਉਹਦੀ ਖੋਲ ਕੇ ਦੱਸ ਦਿੱਤੀ ਆ। ਤੇ ਤੋਮਰ ਸਾਹਿਬ ਦਾ ਹਰ ਵਾਰ ਇਹ ਗੱਲ ਕਹਿਣਾ ਕਿ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਆ ਤੇ
ਕਿਸਾਨ ਅੰਦੋਲਨ ਖਤਮ ਕਰਨ ਤੇ ਸਾਡੇ ਨਾਲ ਗੱਲ ਕਰਨ, ਇਹ ਸਾਡੀ ਸਮਝ ਤੋਂ ਪਰੇ ਆ। ਇਹ ਢੀਠਤਾ ਦੀ ਜਿਹੜੀ ਬਿਲਕੁਲ ਇੱਕ ਹੱਦ ਆ ਸੁਖਲੀਨ ਜੀ। ਤੇ ਭਾਜਪਾ ਦੀ ਇੱਕ ਆਗੂ ਆ ਜਿਹੜੀ ਕਿਸਾਨਾਂ ਨੂੰ ਮਵਾਲੀ ਦੱਸ ਰਹੀ ਹੈ। ਮੀਨਾਕਸ਼ੀ ਲੇਖੀ ਦਿੱਲੀ ਤੋਂ ਹੀ ਮੈਂਬਰ ਪਾਰਲੀਮੈਂਟ ਨੇ ਤੇ ਨਵਾਂ ਜਦੋਂ ਜਿਹੜਾ ਤੁਹਾਡੇ ਕੈਬਨਿਟ ਦਾ ਵਿਸਤਾਰ ਹੋਇਆ ਉਹਦੇ ਚੋਂ ਮੰਤਰੀ ਬਣੇ ਨੇ। ਐਕਸਟਰਨਲ ਅਫੇਅਰਸ ਸਟੇਟ ਮਿਨਿਸਟਰ ਦਾ ਉਹਨਾਂ ਨੂੰ ਜਿਹੜਾ ਰੁਤਬਾ ਮਿਲਿਆ ਉੱਥੇ, ਜਿਹੜੀ ਵਿਦੇਸ਼ ਮੰਤਰਾਲਿਆ ਹੁੰਦਾ ਉਹਦੇ ਵਿੱਚ ਉਹ ਰਾਜ ਮੰਤਰੀ ਨੇ। ਨਾਲ ਦੀ ਨਾਲ ਉਹ ਕਲਚਰਲ ਮਿਨਿਸਟਰੀ ਦੇ ਵਿੱਚ ਵੀ ਰਾਜ ਮੰਤਰੀ ਨੇ। ਤੇ ਕਿੰਨੇ ਕਲਚਰਲ ਨੇ, ਉਹ ਸੱਭਿਆਚਾਰ ਮਾਮਲਿਆਂ ਬਾਰੇ ਉਹ ਮੰਤਰੀ ਨੇ। ਤੇ ਉਹਨਾਂ ਦੀ ਭਾਸ਼ਾ ਜਿਹੜੀ ਇੰਨੀ ਸੱਭਿਅਕ ਆ ਕਿ ਬੀਜੇਪੀ ਦੀ ਜਿਹੜੀ ਲਾਈਨ ਆ ਇੱਕ ਖਾਸ ਤਰ੍ਹਾਂ ਦੇ ਬੋਲਣ ਵਾਲੀ, ਉਹਨਾਂ ਦੇ ਵਿੱਚ ਉਹ ਪੂਰੇ ਫਿੱਟ ਬੈਠਦੇ ਨੇ। ਮੈਨੂੰ ਬਿਲਕੁਲ ਲੱਗਦਾ ਕਿ ਉਹਨਾਂ ਨੂੰ ਮੰਤਰੀ ਬਣਾਇਆ ਹੀ ਉਹਨਾਂ ਦੀ ਇਸ ਯੋਗਤਾ ਕਰਕੇ ਗਿਆ ਕਿ ਉਹ ਬਹੁਤ ਤੇਜ਼ ਤਰਾਰ ਨੇ ਤੇ ਬੋਲਣ ਦੇ ਵਿੱਚ ਉਹਨਾਂ ਦਾ ਜਿਹੜਾ ਬਿਲਕੁਲ ਕੰਟਰੋਲ ਨਹੀਂ ਹੈਗਾ। ਦੇਖੋ, ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਦਰਸ਼ਕਾਂ ਨੂੰ ਵੀ, ਤੇ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ, ਇਹ ਲੋਕ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਹ ਨਾ ਸਮਝ ਨਹੀਂ ਹੈਗੀ। ਇਹ ਪੜ੍ਹੇ ਲਿਖੇ ਲੋਕ ਨੇ, ਇਹ ਆਪਣੇ ਆਪਣੇ ਫੀਲਡ ਦੇ ਵਿੱਚ ਰੁੱਝੇ ਹੋਏ ਲੋਕ ਨੇ, ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਆ। ਪਰ ਇਹ ਸਿਰਫ ਔਰ ਸਿਰਫ ਪਾਰਟੀ ਦੀ ਇੱਕ ਪਰਟੀਕੂਲਰ ਲਾਈਨ ਤੇ ਬੋਲਦੇ ਨੇ। ਅਜਿਹਾ ਬੋਲਣ ਨਾਲ ਇਹਨਾਂ ਦੀ ਜਿਹੜੀ ਭਗਤਾਂ ਦੀ ਜਮਾਤ ਹੈ ਉਹ ਬਹੁਤ ਖੁਸ਼ ਹੁੰਦੀ ਆ ਤੇ ਜਿਹੜੀ ਵੋਟਾਂ ਦਾ ਧਰੁਵੀਕਰਨ ਆ ਉਹ ਹੋਰ ਪੱਕਿਆ ਹੁੰਦਾ ਜੀ। ਉਹਨਾਂ ਨੇ ਕਿਸਾਨਾਂ ਨੂੰ ਮਵਾਲੀ ਕਿਹਾ। ਹੁਣ ਜਦੋਂ ਤੁਸੀਂ ਦੇਖਦੇ ਆ ਕਿ ਇਹ ਜਿਹੜਾ ਸ਼ਬਦ ਆ ਗੁੰਡਾ ਮਵਾਲੀ, ਇਹ ਬਿਲਕੁਲ ਸਮਾਜ ਦੇ ਵਿੱਚ ਅਸਭਿਅਕ ਸ਼ਬਦ ਆ, ਜਿਹੜੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਸ਼ਰਾਰਤੀ ਆਨਸਰ ਕਹਿੰਦੇ ਆ ਜਾਂ ਕ੍ਰਿਮੀਨਲ ਟਾਈਪ ਦੇ ਜਿਹੜੇ ਆਨਸਰ ਨੇ, ਜਿਹੜੇ ਸ਼ਰਾਰਤਾਂ ਕਰਦੇ ਨੇ ਜਾਂ ਨਾਰਮਲ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਰੁਕਾਵਟਾਂ ਪੈਦਾ ਕਰਦੇ ਨੇ, ਉਹਨਾਂ ਲਈ ਸ਼ਬਦ ਵਰਤਿਆ ਜਾਂਦਾ। ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਕਾਨੂੰਨ ਬਹੁਤ ਚੰਗੇ ਨੇ ਤੇ ਕਿਸਾਨਾਂ ਦੇ ਹੱਕ ਦੇ ਨੇ, ਤੇ ਫਿਰ ਤੁਸੀਂ ਕਿਸਾਨਾਂ ਨੂੰ ਮਵਾਲੀ ਕੀ ਸੋਚ ਕੇ ਕਹਿੰਦੇ ਆ? ਇਹ ਕਿਵੇਂ ਪਹਿਲੇ ਨਹੀਂ ਹੈਗੇ, ਇਹਨਾਂ ਤੋਂ ਪਹਿਲਾਂ ਕਈ ਲੋਕਾਂ ਨੇ ਇਹੋ ਜਿਹੀਆਂ ਆਵਾਜ਼ਾਂ ਕੱਢੀਆਂ ਨੇ। ਤੇ ਫਿਰ ਇੱਕ ਮਜ਼ੇ ਦੀ ਗੱਲ ਹੋ ਰਿਹਾ ਸੁਖਲੀਨ ਜੀ, ਇਹ 10-15 ਮਿੰਟ ਬਾਅਦ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਜਿੱਥੇ ਤੱਕ ਭਾਸ਼ਣ ਜਾਣਾ ਸੀ ਉਹ ਚਲਾ ਗਿਆ, ਕਿਉਂਕਿ ਇਹਨਾਂ ਦਾ ਆਪ ਦਾ IT ਸੈੱਲ, ਇਹਨਾਂ ਦਾ ਆਪਣਾ ਇੱਕ ਪ੍ਰਚਾਰ ਪ੍ਰਸਾਰ ਦਾ ਮਾਧਿਅਮ ਜਿਹੜਾ ਆ ਉਹ ਇਹਨਾਂ ਦੀ ਗੱਲ ਨੂੰ ਮਿੰਟਾਂ ਦੇ ਵਿੱਚ ਜਾਂ ਕੁਝ ਘੰਟਿਆਂ ਦੇ ਅੰਦਰ ਸਾਰੇ ਲੋਕਾਂ ਤੱਕ ਪਹੁੰਚਾ ਦਿੰਦਾ। ਤੇ ਬਾਅਦ ਵਿੱਚ ਇਹਨਾਂ ਕੋਲ ਫਿਰ ਉਹੀ ਰਟਿਆ ਰਟਾਇਆ ਜਵਾਬ ਕਿ ਮੈਂ ਆਪਣੇ ਸ਼ਬਦ ਵਾਪਸ ਲੈਣੀ ਆ ਜੇ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪੁੱਜੀ ਆ। ਤੇ ਇਹ ਫਿਰ ਉਹ ਕਹਾਵਤ ਭੁੱਲ ਜਾਂਦੇ ਨੇ ਕਿ ਕਮਾਨ ਚੋਂ ਨਿਕਲਿਆ ਤੀਰ ਤੇ ਜ਼ੁਬਾਨ ਚੋਂ ਨਿਕਲੇ ਸ਼ਬਦ ਜਿਹੜੇ ਆ ਉਹ ਵਾਪਸ ਨਹੀਂ ਹੁੰਦੇ। ਤੇ ਪੰਜਾਬ ਚੋਂ ਨਹੀਂ ਕੋਈ ਬੋਲਿਆ ਇਹਨਾਂ ਦੇ ਜੋ ਅਸਭਿਅਕ ਸ਼ਬਦ ਇਹਨਾਂ ਨੇ ਵਰਤਿਆ ਉਹਦੇ ਖਿਲਾਫ? ਦੇਖੋ, ਬਹੁਤ ਸਾਰੇ ਲੋਕਾਂ ਨੇ ਇਹਨਾਂ ਦੀ ਖਿਲਾਫ ਬੋਲੇ ਨੇ। ਜਦੋਂ ਤੁਸੀਂ ਸੋਸ਼ਲ ਮੀਡੀਆ ਨੂੰ ਖੰਗਾਲਦੇ ਆ ਤੇ ਉਹ ਭਰੇ ਪਏ ਨੇ। ਤੇ ਪੰਜਾਬ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਤੁਸੀਂ ਕਿਸਾਨਾਂ ਲਈ ਇਹੋ ਜਿਹੇ ਸ਼ਬਦ ਬੋਲਦੇ ਆ, ਤੇ ਉਹਨਾਂ ਨੇ ਇਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਪਰ ਇਹ ਉਹ ਦੌਰ ਨਹੀਂ ਹੈਗੇ ਜਦੋਂ ਲਾਲ ਬਹਾਦਰ ਸ਼ਾਸਤਰੀ ਰੇਲਵੇ ਮੰਤਰੀ ਸੀ, ਇੱਕ ਟ੍ਰੇਨ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਨੇ ਨੈਤਿਕਤਾ ਦੇ ਤੌਰ ਤੇ ਅਸਤੀਫਾ ਦੇ ਦਿੱਤਾ। ਜੇ ਇਹ ਮੰਗਣ ਤੇ ਅਸਤੀਫੇ ਦੇਣ ਵਾਲੇ ਲੋਕ ਹੁੰਦੇ ਤੇ ਇਹਨਾਂ ਦੀ ਜ਼ੁਬਾਨ ਇਦਾਂ ਦੀ ਨਾ ਹੁੰਦੀ। ਸੋ ਇਹ ਕਿਸੇ ਇਹਨਾਂ ਦਾ ਵਿਰੋਧ ਜ਼ਰੂਰ ਦਰਸਾਇਆ ਕੈਪਟਨ ਸਾਹਿਬ ਨੇ, ਪਰ ਉਹਨਾਂ ਨੇ ਆਪਣੀ ਗੱਲ ਤੋਂ 10-15 ਮਿੰਟ ਬਾਅਦ ਕਹਿਤਾ ਕਿ ਮੈਨੂੰ ਇਹਨਾਂ ਸ਼ਬਦਾਂ ਤੋਂ ਜੇ ਕਿਸੇ ਨੂੰ ਠੇਸ ਪੁੱਜੀ ਤਾਂ ਮੈਂ ਮਾਫੀ ਲੈਣੀ ਹੈ। ਪਰ ਜੇ ਫਿਰ ਗੱਲ ਉੱਥੇ ਹੀ ਆ ਕਿ ਜਦੋਂ ਕਿਸਾਨ ਸੰਗਠਿਤ ਹੋ ਜਾਣਗੇ ਫਿਰ ਇਹ ਉਹਨਾਂ ਨੂੰ ਮਵਾਲੀ ਕਹਿਣਗੇ ਤੇ ਫਿਰ ਇਹ ਵੋਟਾਂ ਕਿੱਥੋਂ ਲੈਣਗੇ? ਬਿਲਕੁਲ ਬਿਲਕੁਲ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਇਸ ਤੋਂ ਪਹਿਲਾਂ ਕਿ ਪੰਜਾਬ ਦੀ ਸਿਆਸਤ ਦੇ ਰੌਲੇ ਗੋਲਿਆਂ ਦੀ ਗੱਲ ਕਰੀਏ, ਕਿਸਾਨ ਅੰਦੋਲਨ ਨਾਲ ਜੁੜੀ ਹੋਈ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦੇ ਹਾਂ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਭੁੱਖ ਹੜਤਾਲ ਰੱਖੀ ਸੀ, ਮਰਨ ਵਰਤੇ ਬੈਠੇ ਸੀ ਉਹ, ਪਰ ਹਰਿਆਣਾ ਸਰਕਾਰ ਨੇ ਉਹਨਾਂ ਦੀ ਜਿਹੜੀ ਗੱਲ ਆ ਉਹ ਮੰਨ ਲਈ ਆ। ਤੇ 11 ਜੁਲਾਈ ਨੂੰ ਜਿਹੜਾ ਇੱਕ ਉੱਥੇ ਯੂਨੀਵਰਸਿਟੀ ਦੇ ਵਿੱਚ ਗੰਗਵਰ ਸਾਹਿਬ ਦਾ ਤੇ ਇੱਕ ਹੋਰ ਹਰਿਆਣੇ ਦੇ ਆਗੂਆਂ ਦਾ ਵਿਰੋਧ ਕੀਤਾ ਸੀ। ਉਦੋਂ ਤੋਂ ਬਾਅਦ ਉਹਨਾਂ ਦੇ ਉੱਤੇ ਕੁਝ ਆਗੂਆਂ ਦੇ ਉੱਤੇ ਪਰਚਾ ਦਰਜ ਕੀਤਾ ਸੀ ਦੇਸ਼ ਧਰੋਹ ਦਾ। ਅੱਜ ਕੱਲ੍ਹ ਹਰ ਤੀਜੇ ਬੰਦੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋ ਜਾਂਦਾ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਇੱਕ ਪੱਕਾ ਮੋਰਚਾ ਲਾਇਆ ਸੀ ਤੇ ਕੁਝ ਦਿਨਾਂ ਤੋਂ ਉਹ ਮਰਨ ਵਰਤੇ ਬੈਠੇ ਸੀ। ਤੇ ਕੱਲ੍ਹ ਹਰਿਆਣਾ ਸਰਕਾਰ ਨੇ ਜਿਹੜੇ ਉਹ ਬੰਦੇ ਨੇ ਪੰਜੇ ਦੇ ਪੰਜੇ ਜਿਨ੍ਹਾਂ ਤੇ ਉਹ ਦੇਸ਼ ਧਰੋਹ ਦਾ ਆਰੋਪ ਸੀ ਉਹ ਰਿਹਾ ਕਰ ਦਿੱਤੇ ਨੇ। ਤੇ ਆਸ ਹੈ ਕਿ ਉਹ ਕੇਸ ਵੀ ਖਤਮ ਹੋਏ ਹੋਣੇ ਤਾਂ ਹੀ ਉਹਨਾਂ ਨੂੰ ਰਿਹਾ ਕੀਤਾ ਗਿਆ। ਉਸ ਤੋਂ ਬਾਅਦ ਉਹ ਜਿਹੜਾ ਮਰਨ ਵਰਤਿਆ ਉਹ ਖਤਮ ਕਰ ਦਿੱਤਾ ਗਿਆ। ਹੁਣ ਗੱਲ ਫਿਰ ਉਹੀ ਵਿਚਾਰ ਚਰਚਾ ਜਿਹੜੀ ਉਸ ਗੱਲ ਦੀ ਆ ਕਿ ਤੁਸੀਂ ਪਹਿਲਾਂ ਇਹੋ ਜਿਹੀਆਂ ਧਾਰਾਂ ਸਿਰਫ ਵਿਰੋਧ ਕਰਨ ਦੇ ਉੱਤੇ ਹੀ ਤੁਸੀਂ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿੱਤਾ। ਤੁਸੀਂ ਕਿਉਂ ਨਹੀਂ ਇਸ ਗੱਲ ਨੂੰ ਸਮਝਦੇ ਕਿ ਪਿਛਲੇ 7 ਸਾਲਾਂ 'ਚ ਤੁਸੀਂ ਹਜ਼ਾਰਾਂ ਇਹੋ ਜਿਹੇ ਪਰਚੇ ਦਰਜ ਕਰ ਚੁੱਕੇ ਆ ਤੇ ਨਿਕਲਿਆ ਕਿਸੇ ਦੇ ਵਿੱਚੋਂ ਕੱਖ ਵੀ ਨਹੀਂ। ਡਰ ਸਵਲੀਨ ਜੀ ਕਿਸੇ ਬੰਦੇ ਨੂੰ ਉਨੀ ਦੇਰ ਤੱਕ ਹੁੰਦਾ ਜਿੰਨੀ ਦੇਰ ਤੱਕ ਉਹ ਮੁਸੀਬਤ ਜਿਹੜੀ ਆ ਉਹਦੇ ਸਾਹਮਣੇ ਖੜੀ ਹੁੰਦੀ ਹੈ। ਜਦੋਂ ਉਹ ਬੰਦਾ ਮੁਸੀਬਤ ਨਾਲ ਭਿੜ ਜਾਂਦਾ ਫਿਰ ਤੇ ਉਹ ਗੱਲ ਇੱਕ ਪਾਸੇ ਲੱਗਣੀ ਆ, ਜਾਂ ਤੇ ਉਹ ਬੰਦਾ ਜਿੱਤ ਜਾਏਗਾ ਜਾਂ ਮੁਸੀਬਤ ਜਿੱਤ ਜਾਏਗੀ। ਇਹ ਤਾਂ ਮੁਸੀਬਤ ਜਿੱਤ ਗਈ ਤੇ ਬੰਦਾ ਫਨਾ, ਤੇ ਜੇ ਉਹ ਬੰਦਾ ਜਿੱਤ ਗਿਆ ਤੇ ਜਦੋਂ ਮੁਸੀਬਤ ਦੇ ਦੂਜੇ ਪਾਸੇ ਜਾ ਕੇ ਖੜਦਾ ਫਿਰ ਉਹਨੂੰ ਲੱਗਦਾ ਯਾਰ ਕੁਝ ਵੀ ਨਹੀਂ ਸੀ ਇਹਦਾ ਗੱਲ।
ਸੋ ਡਰ ਬੰਦੇ ਨੂੰ ਇੰਨਾ ਨਾ ਉਹਦੇ ਤੇ ਹਾਵੀ ਕਰੋ ਕਿ ਉਹ ਬੰਦਾ ਡਰ ਤੋਂ ਡਰਨਾ ਹੀ ਹਟ ਜਾਏ। ਜਿੱਦਾਂ ਅਸੀਂ ਅੱਜਕੱਲ ਇੱਕ ਐਡਵਰਟਾਈਜ਼ਮੈਂਟ ਵੀ ਦੇਖਦੇ ਹਾਂ ਕਿ ਡਰ ਕੇ ਆਗੇ ਜੀਤ ਹੈ। ਸੋ ਤੁਸੀਂ ਜੇ ਕਿਸੇ ਨੂੰ ਝੂਠੇ ਤੌਰ ਤੇ ਡਰਾਉਂਦੇ ਆ ਤਾਂ ਉਹ ਅਲਟੀਮੇਟਲੀ ਤੁਹਾਡਾ ਹੀ ਨੁਕਸਾਨ ਆ। ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ। ਜਿੰਨੀ ਜਲਦੀ ਸਮਝ ਲੈਣਗੇ ਓਨਾ ਹੀ ਜ਼ਿਆਦਾ ਚੰਗਾ ਹੋਵੇਗਾ, ਸਰਕਾਰ ਲਈ ਵੀ, ਸਰਕਾਰ ਚਲਾਉਣ ਵਾਲੀ ਪਾਰਟੀ ਲਈ ਵੀ, ਦੇਸ਼ ਦੇ ਲੋਕਾਂ ਲਈ ਵੀ ਤੇ ਲੋਕਤੰਤਰ ਲਈ। ਜੀ ਅੱਜ ਸਿੱਧੂ ਦੀ ਤਾਜ਼ਪੋਸ਼ੀ ਦਾ ਦੇਣ ਆ ਤੇ ਅੜੀਆਂ ਕਰਨ ਤੋਂ ਬਾਅਦ ਕਪਤਾਨ ਸਾਹਿਬ ਵੀ ਉੱਥੇ ਬੈਠੇ ਨੇ। ਦੇਖੋ ਜੀ, ਇਹ ਕਪਤਾਨ ਸਾਹਿਬ ਨੇ 2-3 ਦਿਨ ਇਸ ਗੱਲ ਦੀ ਅੜੀ ਰੱਖੀ ਕਿ ਮੈਨੂੰ ਜਦ ਤੱਕ ਉਹ ਮੇਰੇ ਤੋਂ ਮਾਫੀ ਨਹੀਂ ਮੰਗਦੇ ਤਦ ਤੱਕ ਮੈਂ ਨਹੀਂ ਉਹਨਾਂ ਨੂੰ ਮਿਲਣਾ ਤੇ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਕਰਨੀ। ਪਰ ਬਾਅਦ ਵਿੱਚ ਫਿਰ ਜਦੋਂ ਹਾਈ ਕਮਾਂਡ ਤੋਂ ਫੋਨ ਆਇਆ, ਕਿਉਂਕਿ ਇੱਥੇ ਸਾਰਾ ਕੁਝ ਹਾਈ ਕਮਾਂਡ ਤੋਂ ਹੀ ਚੱਲਦਾ। ਪਾਰਟੀ ਹਾਲਾਂਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆ ਤੇ ਭਾਰਤ ਦੇ ਵਿੱਚ ਇਹਨਾਂ ਦੀ ਜਿਹੜੀ ਸਥਿਤੀ ਆ ਉਹ ਬਹੁਤ ਡਾਵਾਂਡੋਲ ਆ, ਪਰ ਫਿਰ ਵੀ ਜਿਹੜੀ ਹਾਈ ਕਮਾਂਡ ਆ ਉਹ ਹਾਈ ਕਮਾਂਡ ਆ। ਕਿਉਂਕਿ ਤੁਸੀਂ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜੀ ਆ, ਜੇ ਹਾਈ ਕਮਾਂਡ ਤੁਹਾਨੂੰ ਪਾਰਟੀ ਚੋਂ ਐਕਸਪੈਲ ਕਰ ਦਿੰਦੀ ਤੁਹਾਡੀ ਜਿਹੜੀ ਉਹ ਸਥਿਤੀ ਆ ਉਹ ਫਿਰ ਪਾਰਟੀ ਚੋਂ ਬਾਹਰ ਕੱਢੇ ਬੜੇ ਹੋ ਜਾਂਦੀ ਤੇ ਫਿਰ ਤੁਸੀਂ ਸੱਤਾ ਦੇ ਵਿੱਚ ਨਹੀਂ ਰਹਿ ਸਕਦੇ। ਪ੍ਰਿਯੰਕਾ ਗਾਂਧੀ ਨੇ ਕਿਹਾ ਜਾਂਦਾ ਕਿ ਕੈਪਟਨ ਸਾਹਿਬ ਨੂੰ ਫੋਨ ਕੀਤਾ ਕਿ ਤੁਸੀਂ ਉੱਥੇ ਜਾਓ ਕਿਉਂਕਿ ਤੁਸੀਂ ਪਾਰਟੀ ਦੇ ਮੁੱਖ ਮੰਤਰੀਆਂ ਤੇ ਪਾਰਟੀ ਦਾ ਸਿਰਫ ਪ੍ਰਧਾਨ ਬਦਲਿਆ ਤੇ ਤੁਹਾਨੂੰ ਉਸ ਸਮਾਗਮ 'ਚ ਜਾਣਾ ਚਾਹੀਦਾ। ਫਿਰ ਉਹਨਾਂ ਨੇ ਫਿਰ ਇੱਕ ਪੈਂਤਰਾ ਖੇਡਿਆ ਕਿ ਇਸ ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਐਮਐਲਏਜ਼ ਲਈ ਇੱਕ ਉਹਨਾਂ ਨੇ ਟੀ ਪਾਰਟੀ ਆਪਣੇ ਸਵੇਰੇ ਨਿਵਾਸ 'ਤੇ ਰੱਖੀ ਤੇ ਸਾਰੇ ਉੱਥੇ ਗਏ ਸੀ। ਰਾਵਤ ਸਾਹਿਬ ਵੀ ਉੱਥੇ ਸੀ ਤੇ ਬਾਜਵਾ ਸਾਹਿਬ ਵੀ ਉੱਥੇ ਸੀ ਤੇ ਹੋਰ ਬਹੁਤ ਸਾਰੇ ਐਮਐਲਏਜ਼ ਜਿੰਨੇ ਤੁਹਾਡੇ ਹੈਗੇ ਨੇ ਪੰਜਾਬ ਦੇ ਸਾਰੇ ਉੱਥੇ ਸੀ। ਜਿਹੜੇ ਕੈਪਟਨ ਖੇਮੇ ਦੇ ਨੇ ਉਹ ਵੀ ਉੱਥੇ ਨੇ, ਜਿਹੜੇ ਸਿੱਧੂ ਖੇਮੇ ਦੇ ਨੇ ਹੈਗੇ ਤੇ ਉਹ ਵੀ ਐਮਐਲਏ ਤੇ ਸਰਕਾਰ 'ਚ ਸ਼ਾਮਲ ਨੇ ਤੇ ਸਾਰੇ ਉੱਥੇ ਸੀ। ਸਿੱਧੂ ਸਾਹਿਬ ਵੀ ਉੱਥੇ ਸੀ ਤੇ ਫਿਰ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ ਕਿ ਇਹ ਚਾਹ ਬੜੀ ਇਕੱਠੀ ਪੀਂਦੇ ਆ ਜਾਂ ਨਾਸ਼ਤਾ ਇਕੱਠਾ ਕਰਦੇ ਆ, ਸਵੇਰ ਦੀ ਚਾਹ ਫਿਰ ਸਾਰਿਆਂ ਨੇ ਉੱਥੇ ਸਾਂਝੀ ਪੀਤੀ। ਗੱਲਾਂ ਬਾਤਾਂ ਕੀ ਹੋਈਆਂ ਕੀ ਨਹੀਂ ਹੋਈਆਂ ਪਰ ਦਿਖਾਉਣ ਲਈ ਇੱਕ ਸਟੇਜ ਤੇ ਇਕੱਠੇ ਜ਼ਰੂਰ ਹੋਏ ਨੇ ਸਾਰੇ। ਤੇ ਸਟੇਜ ਤੇ ਇਕੱਠੇ ਹੋ ਕੇ ਕੀ ਕਿਹਾ ਫਿਰ ਸਿੱਧੂ ਨੇ? ਉਸ ਤੋਂ ਬਾਅਦ ਫਿਰ ਜਦੋਂ ਇਹ ਤਾਜਪੋਸ਼ੀ ਲਈ ਆਏ ਨੇ ਪੰਜਾਬ ਕਾਂਗਰਸ ਭਵਨ ਦੇ ਵਿੱਚ ਇੱਕ ਪ੍ਰੋਗਰਾਮ ਸੀ, ਹਰੀਸ਼ ਰਾਵਤ ਸੀ ਉੱਥੇ, ਸੋਨੀਆ ਗਾਂਧੀ ਵੱਲੋਂ ਇੱਕ ਮੈਸੇਜ ਆਇਆ ਹੋਇਆ ਸੀ, ਰਾਹੁਲ ਗਾਂਧੀ ਨੇ ਵੀ ਉੱਥੇ ਮੈਸੇਜ ਭੇਜਿਆ ਸੀ, ਜਾਖੜ ਸਾਹਿਬ ਨੇ ਵੀ ਆਪਣਾ ਭਾਸ਼ਣ ਦਿੱਤਾ, ਜਿੰਨੇ ਕੁ ਵੀ ਲੀਡਰ ਸੀ ਉੱਥੇ ਸਾਰਿਆਂ ਨੇ ਬੋਲ ਕੇ ਆਪਣੀ ਗੱਲ ਦੱਸੀ ਆ। ਪੰਜਾਬ ਦੇ ਵਿੱਚ ਅਗਲੀਆਂ ਆਉਣ ਵਾਲੀਆਂ ਇਲੈਕਸ਼ਨਸ ਨੂੰ ਲੈ ਕੇ ਆਪਣੇ ਪਲਾਨਸ ਦੱਸਿਆ ਕਿ ਅਸੀਂ ਮਿਲ ਕੇ ਕੰਮ ਕਰਾਂਗੇ ਤੇ ਸਰਕਾਰ ਜਿਹੜੀ ਆ ਉਹ ਬਣੇਗੀ। ਰਾਵਤ ਸਾਹਿਬ ਨੇ ਹਾਲਾਂਕਿ ਕਿਹਾ ਕਿ ਅਗਲੀ ਪਾਰੀ ਆ ਉਹਦੇ ਵਿੱਚ ਕੈਪਟਨ ਸਾਹਿਬ ਹੀ ਮੁਖੀ ਹੋਣਗੇ, ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੈਪਟਨ ਸਾਹਿਬ ਮੁਖੀ ਹੋਣਗੇ, ਕੀ ਹੋਵੇਗਾ ਕੀ ਨਹੀਂ ਹੋਵੇਗਾ। ਕੁੱਲ ਮਿਲਾ ਕੇ ਅੱਜ 2-3 ਮਹੀਨੇ ਤੋਂ ਜਿਹੜਾ ਇੱਕ ਰੌਲਾ ਰੱਪਾ ਪਿਆ ਹੋਇਆ ਸੀ, 2-3 ਮਹੀਨੇ ਤੋਂ ਟਵੀਟਸ ਤੋਂ ਪਿਆ ਹੋਇਆ ਸੀ ਜਾਂ ਜ਼ਿਆਦਾ ਪਿਆ ਹੋਇਆ ਸੀ, ਕੁੱਲ ਮਿਲਾ ਕੇ ਤਾਂ ਪਿਛਲੇ 3-3.5 ਸਾਲ ਤੋਂ ਪਿਆ ਹੋਇਆ ਸੀ, ਜਿੱਦਣ ਤੋਂ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਆ ਉਹ ਕੈਬਨਿਟ ਛੱਡੀ ਸੀ। ਤੇ ਅੱਜ ਹੁਣ ਵਿਧੀਵਤ ਤੌਰ ਦੇ ਵਿੱਚ ਅਧਿਕਾਰਕ ਰੂਪ ਦੇ ਵਿੱਚ ਪੰਜਾਬ ਕਾਂਗਰਸ ਦੇ ਮੁਖੀ ਬਣ ਗਏ ਨੇ। ਇਸ ਤੋਂ ਮੁਖੀ ਬਣਨ ਤੋਂ ਪਹਿਲਾਂ ਉਹਨਾਂ ਨੇ ਲਗਭਗ ਸਾਰੇ ਪੰਜਾਬ ਦਾ ਇੱਕ ਹਵਾਈ ਜਿਹਾ ਦੌਰਾ ਕਰ ਲਿਆ ਸੀ। ਬਹੁਤੇ ਐਮਐਲਏਜ਼ ਨੂੰ ਤੇ ਐਮਪੀਜ਼ ਨੂੰ ਉਹਨਾਂ ਨੇ ਮੁਲਾਕਾਤ ਕਰ ਲਈ ਸੀ, ਬਹੁਤ ਲੀਡਰਾਂ ਨਾਲ ਗੱਲਬਾਤ ਕਰ ਲਈ ਸੀ। ਕੁਝ ਲੋਕ ਉਹਨਾਂ ਦੇ ਖਿਲਾਫ ਵੀ ਨਜ਼ਰ ਆਏ ਤੇ ਕੁਝ ਉਹਨਾਂ ਤੋਂ ਦੂਰੀ ਬਣਾ ਕੇ ਵੀ ਨਜ਼ਰ ਆਏ ਤੇ ਬਹੁਤ ਸਾਰੇ ਲੋਕ ਅਜਿਹੇ ਵੀ ਸੀ ਜਿਹੜੇ ਦੋਨੋਂ ਪਾਸੇ ਨਜ਼ਰ ਆਏ। ਬਿਲਕੁਲ। ਪਰ ਇਹ ਗੱਲ ਸਿਰਫ ਉਹਨਾਂ ਦੀ ਆਪਣੀ ਸੂਝ ਦੀ ਆ, ਕਿਉਂਕਿ ਸਮਾਂ ਜਿਹੜਾ ਆ ਉਹ ਫਰਵਰੀ ਤੱਕ ਤੇ ਕੈਪਟਨ ਸਾਹਿਬ ਕੋਲ ਸਰਕਾਰ ਆ ਤੇ ਦੋਨੋਂ ਪਾਸੇ ਹੀ ਰਹਿਣਾ ਚਾਹੀਦਾ ਤੇ ਸਿੱਧੂ ਸਾਹਿਬ ਨੂੰ ਇੱਕ ਸਮਨਵੈ ਜਿਹੜਾ ਆ ਉਹ ਇੱਕ ਤਾਲਮੇਲ ਜਿਹੜਾ ਆ ਉਹ ਬਿਠਾ ਲੈਣਾ ਚਾਹੀਦਾ ਆਪਸ ਦੇ ਵਿੱਚ, ਉਹ ਚੰਗੀ ਗੱਲ ਹੈ। ਤੇ ਸ਼ਰਮਾ ਜੀ, ਪ੍ਰਧਾਨ ਸਾਹਿਬ ਨੇ ਪਹਿਲੇ ਭਾਸ਼ਣ 'ਚ ਕਿਹੜੇ ਸੱਪ ਕੱਢੇ ਨੇ? ਦੇਖੋ, ਹੋਰ ਤੇ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਨੇ, ਕਿੰਨੇ ਕੁ ਚੰਗੇ ਲੀਡਰ ਨੇ ਅਸੀਂ ਸਾਰੇ ਜਾਣਦੇ ਆ। ਉਹ ਐਮਪੀ ਰਹੇ ਨੇ ਬੀਜੇਪੀ ਵੱਲੋਂ ਤੇ ਇਧਰੋਂ ਐਮਐਲਏ ਬਣੇ ਨੇ, ਉਹਨਾਂ ਦੀ ਵਾਈਫ ਵੀ ਡਾਕਟਰ ਆ ਤੇ ਉਹ ਵੀ ਐਮਐਲਏ ਰਹੀ ਆ। ਬੁਲਾਰੇ ਉਹ ਬਹੁਤ ਚੰਗੇ ਨੇ ਜੀ, ਗੱਲਾਂ ਉਹ ਘੜਨੀਆਂ ਜਾਣਦੇ ਨੇ, ਇਸੇ ਕਰਕੇ ਉਹ ਬਹੁਤ ਮਸ਼ਹੂਰ ਵੀ ਨੇ, ਸੈਲੀਬ੍ਰਿਟੀ ਵੀ ਨੇ, ਕ੍ਰਿਕਟ ਵੀ ਖੇਡਦੇ ਸੀ, ਉਸ ਤੋਂ ਬਾਅਦ ਟੀਵੀ ਦੀ ਦੁਨੀਆ ਦੇ ਵਿੱਚ ਵੀ ਰਹੇ। ਕਿਉਂਕਿ ਉਹ ਚੰਗੇ ਬੁਲਾਰੇ ਨੇ, ਸ਼ਬਦਾਂ ਦਾ ਨਾਲ ਹੇਰ-ਫੇਰ ਜਿਹੜਾ ਇੱਧਰ ਉੱਧਰ ਕਰ ਲੈਂਦੇ ਨੇ, ਇਸ ਕਰਕੇ ਉਹਨਾਂ ਦੀ ਜਿਹੜੀ ਇੱਕ ਪ੍ਰਸਿੱਧੀ ਆ ਉਹ ਵੱਧਦੀ ਆ। ਜੇ ਤੁਸੀਂ ਗਰਾਊਂਡ ਰਿਐਲਿਟੀ ਦੇ ਤੌਰ ਤੇ ਗੱਲ ਕਰੋ, ਐਜ਼ ਐਨ ਐਮਪੀ ਉਹਨਾਂ ਨੇ ਕੁਝ ਕੰਮ ਅੰਮ੍ਰਿਤਸਰ 'ਚ ਕਰਨ ਦੇ ਯਤਨ ਕੀਤੇ ਸੀ, ਕੁਝ ਕੰਮ ਕੀਤੇ ਵੀ ਸੀਗੇ, ਪਰ ਜੇ ਤੁਸੀਂ ਕਹੋ ਕਿ ਉਹਨਾਂ ਨੇ ਕੋਈ ਬਹੁਤ ਵੱਡੇ ਮਾਰਕੇ ਦੇ ਕੰਮ ਕੀਤੇ ਨੇ, ਇਦਾਂ ਦੀ ਗੱਲ ਉਹਨਾਂ ਦੇ ਖਾਤੇ ਦੇ ਵਿੱਚ ਐਜ਼ ਏ ਲੀਡਰ ਹਾਲੇ ਤੱਕ ਕੋਈ ਨਹੀਂ। ਫਿਰ ਵੀ ਜਿਹੜੀ ਉਹਨਾਂ ਨੇ ਅੱਜ ਗੱਲ ਕੀਤੀ ਆ ਕਿ ਪ੍ਰਧਾਨਗੀ ਜਿਹੜੀ ਆ ਉਹ ਇੰਪੋਰਟੈਂਟ ਨਹੀਂ ਹੈਗੀ, ਪ੍ਰਧਾਨਗੀ ਤਦ ਆ ਜੇ ਉਹ ਮੁੱਦੇ ਮੈਂ ਹੱਲ ਕਰਾ ਸਕਾਂ। ਫਿਰ ਉਹਨਾਂ ਨੇ ਗੱਲ ਕੀਤੀ ਕਿ ਸਾਰਾ ਪੰਜਾਬ ਜਿਹੜਾ ਆ ਉਹ ਬੇਅਦਬੀ ਦਾ ਇਨਸਾਫ ਲੱਭ ਰਿਹਾ ਹੈ। ਫਿਰ ਉਹਨਾਂ ਨੇ ਗੱਲ ਕੀਤੀ ਕਿ ਕਿਸਾਨ ਅੰਦੋਲਨ ਨੂੰ ਹੱਲ ਕਰਨਾ ਜਿਹੜਾ ਆ ਉਹ ਵੱਡਾ ਮੁੱਦਾ ਹੈ। ਫਿਰ ਉਹਨਾਂ ਨੇ ਭਾਸ਼ਣ ਦੇ ਵਿੱਚ ਗੱਲ ਕੀਤੀ ਕਿ ਜਿਹੜੇ ਅਧਿਆਪਕ ਪ੍ਰਦਰਸ਼ਨ ਕਰ ਰਹੇ ਨੇ, ਕੱਚੇ ਅਧਿਆਪਕ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬੜੇ ਦਿਨਾਂ ਤੋਂ ਬੈਠੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਜਾਂ ਸਿੱਖਿਆ ਬੋਰਡ ਦੇ ਦਫ਼ਤਰ ਅੱਗੇ, ਉਹ ਇੱਕ ਵੱਡਾ ਮੁੱਦਾ ਆ। ਤੇ ਦੇਖਣ ਵਾਲੀ ਗੱਲ ਇਹ ਆ, ਪੰਜਾਬ ਭਵਨ ਜਿੱਥੇ ਕਾਂਗਰਸ ਦਾ ਇਹ ਪ੍ਰਦਰਸ਼ਨ ਚੱਲ ਰਿਹਾ ਸੀਗਾ ਸਿੱਧੂ ਸਾਹਿਬ ਨੂੰ ਤਾਜ ਦੇਣ ਦਾ, ਉੱਥੇ ਹੀ ਕੁਝ ਅਧਿਆਪਕ ਵੀ ਪਹੁੰਚੇ ਸੀ ਤੇ ਉਹਨਾਂ ਨੇ ਉਹਦਾ ਵਿਰੋਧ ਵੀ ਕੀਤਾ। ਸਿੱਧੂ ਸਾਹਿਬ ਨੇ ਆਪਣੇ ਭਾਸ਼ਣ 'ਚ ਵੀ ਗੱਲ ਕਹੀ ਕਿ ਮੁੱਦਾ ਇਹ ਵੀ ਆ। ਫਿਰ ਉਹਨਾਂ ਨੇ ਗੱਲ ਕੀਤੀ ਕਿ ਬੀਤੀ ਸਰਕਾਰ ਜਿਹੜੀ ਗੱਦੀਓਂ ਲੱਥੀ ਸੀ, ਉਹਨਾਂ ਦੇ ਨਾਂ ਤੇ ਜਿਹੜਾ ਨਸ਼ਾ ਬੋਲਦਾ ਆ ਉਹ ਵੀ ਇੱਕ ਮੁੱਦਾ ਆ।
ਫਿਰ ਉਹ ਆਪਣੇ ਪੁਰਾਣੇ ਤਰੀਕੇ ਦੇ ਨਾਲ, ਜਿੱਦਾਂ ਉਹ ਸੁਖਬੀਰ ਸਿੰਘ ਬਾਦਲ ਤੇ ਮਜੀਠੀਏ ਦਾ ਨਾਮ ਲੈ ਕੇ ਬੋਲਦੇ ਸੀ, ਉਹ ਗੱਲ ਵੀ ਉਹਨਾਂ ਨੇ ਇਹਦੇ ਵਿੱਚ ਕੀਤੀ। ਬੇਰੁਜ਼ਗਾਰੀ ਨੂੰ ਵੀ ਉਹਨਾਂ ਨੇ ਵੱਡਾ ਮੁੱਦਾ ਦੱਸਿਆ। ਜਿੰਨਾ ਉਹਨਾਂ ਦਾ ਭਾਸ਼ਣ ਸੀ ਉਹ ਸਾਰਾ ਦਾ ਸਾਰਾ ਉਹ ਜਿਹੜੇ 18 ਨੁਕਤੇ ਸੀ ਉਹਨਾਂ ਤੇ ਰੁਕਿਆ ਹੋਇਆ ਸੀ ਜੀ। ਸੋ ਮੈਨੂੰ ਇਦਾਂ ਲੱਗਦਾ ਵੀ ਉਹਨਾਂ ਨੇ ਆਪਣੇ ਸਮਾਗਮ ਦੇ ਵਿੱਚ ਕੈਪਟਨ ਸਾਹਿਬ ਨੂੰ ਉਹ ਸਾਰੀਆਂ ਗੱਲਾਂ ਦੁਬਾਰਾ ਚੇਤੇ ਕਰਾਈਆਂ। ਲੋਕਾਂ ਨੂੰ ਤੇ ਆਪਣਾ ਭਾਸ਼ਣ ਦਿੱਤਾ ਹੀ ਦਿੱਤਾ, ਪਰ ਉਹਨਾਂ ਦਾ ਸਾਰਾ ਜਿਹੜਾ ਭਾਸ਼ਣ ਸੀ ਉਹ ਮੁੱਖ ਮੰਤਰੀ ਨੂੰ ਸੰਬੋਧਨ ਸੀ ਕਿ ਲੋਕ ਇਹਨਾਂ ਮੁੱਦਿਆਂ ਤੇ ਪਾਰਟੀ ਵੱਲੋਂ ਕੋਈ ਹੱਲ ਚਾਹੁੰਦੇ ਨੇ, ਇਹ ਮੁੱਦੇ ਹੱਲ ਹੋਣਗੇ ਤਾਂ ਹੀ ਅਸੀਂ ਅਗਲੀਆਂ ਚੋਣਾਂ ਤੱਕ ਜਿਹੜਾ ਆ ਵੋਟਾਂ ਮੰਗਣ ਜੋਗੇ ਹੋਵਾਂਗੇ। ਹੁਣ ਦੇਖਣਾ ਬਣੇਗਾ ਕਿ ਇਹਨਾਂ ਚੋਂ ਕਿਹੜੇ ਮੁੱਦਿਆਂ ਦੇ ਉੱਤੇ ਸਰਕਾਰ ਤੇ ਪਾਰਟੀ ਮਿਲ ਕੇ ਕੰਮ ਕਰਦੀ ਆ ਤੇ ਕਿੰਨਿਆਂ ਕੁ ਮੁੱਦਿਆਂ ਨੂੰ ਹੱਲ ਕਰਦੀ ਆ। ਰੇਤਾ ਬਜਰੀ ਦਾ ਕੀ ਬਣਦਾ ਆ, ਡਰੱਗ ਮਾਫੀਏ ਦਾ ਕੀ ਬਣਦਾ ਆ, ਕੇਬਲ ਮਾਫੀਏ ਦਾ ਕੀ ਬਣਦਾ ਆ, ਬਿਜਲੀ ਸਮਝੌਤਿਆਂ ਦੀ ਉਹਨਾਂ ਨੇ ਖਾਸ ਤੌਰ ਤੇ ਗੱਲ ਕੀਤੀ। ਦੇਖੋ ਆਉਣ ਵਾਲੇ ਦਿਨਾਂ 'ਚ ਕੀ ਬਣਦਾ। ਪਰ ਹਾਲ ਦੀ ਚੰਗੀ ਖਬਰ ਇਹੀ ਆ ਕਿ ਸਿੱਧੂ ਸਾਹਿਬ ਮੁੱਖ ਮੰਤਰੀ ਦੀ ਹੋਂਦ ਵਿੱਚ ਪਾਰਟੀ ਪ੍ਰਧਾਨ ਬਣ ਗਏ ਜੀ। ਤੇ ਇਹ ਕਿੰਨੀ ਦੇਰ ਤੱਕ ਇਕੱਠੇ ਰਹਿਣਗੇ, ਕੀ ਇਹਨਾਂ ਦੀਆਂ ਜਿਹੜੀਆਂ ਦੂਰੀਆਂ ਨੇ ਉਹ ਮਿਟਦੀਆਂ ਨੇ? ਜੇ ਮਿਟਦੀਆਂ ਨੇ ਤੇ ਪਾਰਟੀ ਲਈ ਵੀ ਚੰਗਾ ਰਹੇਗਾ ਤੇ ਇਹਨਾਂ ਦੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੋਟਾਂ ਆ ਉਹਦੇ ਵਿੱਚ ਵੀ ਉਹ ਗੱਲ ਠੀਕ ਰਹੇਗੀ ਜੀ। ਸ਼ਰਮਾ ਜੀ, ਜਾਂਦੇ ਜਾਂਦੇ ਟੋਕੀਓ 올림픽ਸ ਦੀ ਵੀ ਗੱਲ ਕਰ ਲਈਏ। ਅੱਜ ਉਦਘਾਟਨ ਦਿਵਸ ਹੈ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, 1 ਸਾਲ ਦੇਰੀ ਨਾਲ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ 올림픽ਸ ਜਿਹੜੀਆਂ ਹੋ ਰਹੀਆਂ, ਕਦੇ ਵੀ ਆਪਣੀ ਮਿੱਥੀ ਤਰੀਕ ਤੋਂ ਲੇਟ ਨਹੀਂ ਹੋਈਆਂ। ਹਾਲਾਂਕਿ 2-3 ਵਾਰ ਕੈਂਸਲ ਜ਼ਰੂਰ ਹੋਈਆਂ। ਵਿਸ਼ਵ ਯੁੱਧ ਦੇ ਦੌਰਾਨ ਜਦੋਂ ਸੈਕੰਡ ਵਰਲਡ ਵਾਰ ਚੱਲਦੀ ਸੀ 40 ਤੇ 44 2 ਵਾਰ ਇਹ 올림픽ਸ ਜਿਹੜੀਆਂ ਨਹੀਂ ਹੋਈਆਂ ਸੀ। ਦੁਨੀਆ ਦੇ ਖੇਡਾਂ ਦੇ ਇਤਿਹਾਸ ਦੇ ਵਿੱਚ BC ਤੋਂ ਵੀ ਕੁਝ ਕਈ 100 ਸਾਲ ਪਹਿਲਾਂ ਦੀਆਂ ਇਹ ਖੇਡਾਂ ਜਿਹੜੀਆਂ ਉਹ ਚਾਲੂ ਨੇ। 18ਵੀਂ ਸਦੀ ਤੋਂ ਲੈ ਕੇ ਇਹ ਵਿਧੀਵਤ ਤੌਰ ਦੇ ਉੱਤੇ ਹਰ ਸਾਲ 4 ਸਾਲ ਬਾਅਦ ਜਿਹੜੀਆਂ ਆ ਗੇਮਾਂ ਹੁੰਦੀਆਂ ਨੇ। 2020 ਚ ਹੋਣੀਆਂ ਸੀ, ਲੇਟ ਹੋ ਗਈਆਂ ਕੋਵਿਡ ਦੇ ਦੌਰਾਨ। ਟੋਕੀਓ 올림픽ਸ ਕਰਕੇ ਇਹਨਾਂ ਦਾ ਨਾਮ ਜਾਣਿਆ ਜਾਂਦਾ ਕਿਉਂਕਿ ਜਾਪਾਨ ਦੇ ਸ਼ਹਿਰ ਟੋਕੀਓ 'ਚ ਹੋਣੀਆਂ ਨੇ। ਅੱਜ ਸ਼ਾਮ ਨੂੰ ਉਦਘਾਟਨ ਸਮਾਰੋਹ ਆ, ਬਹੁਤ ਵਧੀਆ, ਬਹੁਤ ਵਿਲੱਖਣ ਤਰੀਕੇ ਦਾ ਉਦਘਾਟਨ ਸਮਾਰੋਹ ਜਿਹੜਾ ਆ ਉਹ ਹਰ ਵਾਰ 올림픽ਸ ਦਾ ਹੁੰਦਾ ਆ। ਬੜੇ ਖਾਸ ਤਰੀਕੇ ਨਾਲ ਉਹਨੂੰ ਸਜਾਇਆ ਜਾਂਦਾ ਸਾਰੇ ਪੰਡਾਲ ਨੂੰ। ਸਾਰੀ ਦੁਨੀਆ ਤੋਂ ਵੱਡੇ ਲੀਡਰ ਪਹੁੰਚਦੇ ਨੇ, ਪੁਰਾਣੇ ਖਿਡਾਰੀ ਬਹੁਤ ਪਹੁੰਚਦੇ ਨੇ, ਉਹਨਾਂ ਦਾ ਮਾਨ ਸਨਮਾਨ ਵੀ ਹੁੰਦਾ ਤੇ ਹਰ ਦੇਸ਼ ਦੇ ਜਿਹੜੇ ਖਿਡਾਰੀ ਨੇ ਉੱਥੇ ਜਾਂਦੇ ਨੇ ਆਪਣਾ ਝੰਡਾ ਲੈ ਕੇ ਤੇ ਦਲ ਦੇ ਨਾਲ ਪਰੇਡ ਕਰਦੇ ਨੇ। ਮੈਰੀ ਕਾਮ ਤੇ ਹਾਕੀ ਦੇ ਜਿਹੜੇ ਕੈਪਟਨ ਨੇ ਮਨਪ੍ਰੀਤ ਸਿੰਘ ਜਲੰਧਰ ਤੋਂ, ਉਹਨਾਂ ਨੇ ਝੰਡਾ ਬਰਦਾਰੀ ਕਰਨੀ ਹੈ ਇਸ ਵਾਰ। ਪਰ ਕੋਵਿਡ ਦੇ ਚੱਲਦਿਆਂ ਇਹ ਸਾਰੇ ਦਾ ਸਾਰਾ ਜਿਹੜਾ ਸਮਾਗਮ ਆ ਉਹ ਦਰਸ਼ਕਾਂ ਤੋਂ ਬਿਨਾਂ ਹੋਣਾ। ਉੱਥੇ ਸਿਰਫ ਔਰ ਸਿਰਫ ਖਿਡਾਰੀ ਤੇ ਜਿਹੜੇ ਅਧਿਕਾਰੀ ਆ ਉਹੀ ਹੋਣੇ ਨੇ। 올림픽 ਜਿੱਦਾਂ ਪ੍ਰੋਸੀਡ ਕਰੂਗੀ, ਕੌਣ ਜਿੱਤੇਗਾ, ਕਿੱਦਾਂ ਤਮਗੇ ਆਉਣਗੇ, ਉਹਦੀ ਅਸੀਂ ਗੱਲ ਕਰਦੇ ਰਹਾਂਗੇ। ਪਰ ਅੱਜ ਦੀ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਸੀ ਹਰਿਆਣਾ ਸਰਕਾਰ ਵੱਲੋਂ, ਪੂਰੇ ਪੇਜ ਦਾ ਇਸ਼ਤਿਹਾਰ ਸੀ ਸਵਲੀਨ ਜੀ। ਉਹਨਾਂ ਨੇ ਦੱਸਿਆ ਹੋਇਆ ਸੀਗਾ ਕਿ ਜਿਹੜਾ ਵੀ ਖਿਡਾਰੀ 올림픽 ਦੇ ਵਿੱਚ 골ਡ ਜਿੱਤ ਕੇ ਆਊਗਾ ਉਹਨੂੰ ਅਸੀਂ 6.5 ਕਰੋੜ ਰੁਪਈਆ ਹਰਿਆਣਾ ਸਰਕਾਰ ਉਹਨੂੰ ਇਨਾਮ ਦੇਵੇਗੀ। ਤੇ ਜਿਹੜਾ ਦੂਜੇ ਨੰਬਰ ਤੇ ਜਾਣੀ ਕਿ ਜਿਹਨੂੰ ਸਿਲਵਰ ਮਿਲੇਗਾ ਉਹਨੂੰ 4 ਕਰੋੜ ਤੇ ਜਿਹੜਾ ਬ੍ਰੌਂਜ਼ ਤਮਗਾ ਜਿਹੜਾ ਲੈ ਕੇ ਆਊਗਾ ਉਹਨੂੰ ਆਪਾਂ 2.5 ਕਰੋੜ ਰੁਪਏ ਦੇਣਾ ਜੀ। ਮੈਨੂੰ ਉਹ ਗੱਲ ਸਮਝ ਨਹੀਂ ਲੱਗੀ। ਖਿਡਾਰੀ ਦਾ ਹੌਸਲਾ ਅਫਜ਼ਾਈ ਕਰਨੀ ਇੱਕ ਚੰਗੀ ਗੱਲ ਹੈ, ਪਰ ਤੁਸੀਂ ਉਹਨੂੰ ਇੰਨੀ ਵੱਡੀ ਰਾਸ਼ੀ ਦੇ ਰਹੇ ਆ ਕਿ ਜਦੋਂ ਉਹਨੇ ਤਿਆਰੀ ਕਰਨੀ ਸੀ ਤੁਸੀਂ ਉਹਨੂੰ ਇੰਨੀ ਰਾਸ਼ੀ ਪਹਿਲਾਂ ਦਿੱਤੀ ਹੁੰਦੀ। ਜੇ ਤੁਸੀਂ ਇਹੀ ਰਾਸ਼ੀ 6.5 ਕਰੋੜ ਰੁਪਏ ਜਿਹੜਾ 골ਡ ਮੈਡਲ ਵਾਲੇ ਨੂੰ ਦੇਣਾ ਆ, ਜੇ ਤੁਸੀਂ ਇੱਕ ਜ਼ਿਲ੍ਹੇ ਨੂੰ ਵੀ ਇੰਨੇ ਪੈਸੇ ਦੇ ਦਿਓ, ਤੁਸੀਂ ਕੋਈ 2-4 ਚੰਗੇ ਸਟੇਡੀਅਮ, ਕੋਈ ਚੰਗੇ ਕੋਚ, ਉਸ ਖਿਡਾਰੀ ਲਈ ਚੰਗੇ ਇਕਵਿਪਮੈਂਟਸ, ਕਿਉਂਕਿ ਅਸੀਂ ਬੀਤੇ 'ਚ ਦੇਖਿਆ ਕਿ ਜਿਨ੍ਹਾਂ ਨੇ ਨਿਸ਼ਾਨੇਬਾਜ਼ੀ 'ਚ 골ਡ ਜਿੱਤਿਆ ਸੀ ਉਹ ਕਹਿੰਦੇ ਸੀ ਕਿ ਅਸੀਂ ਆਪਣੀ ਸ਼ੂਟਿੰਗ ਰੇਂਜ ਆਪ ਦੀ ਖੁਦ ਬਣਾਈ ਆ। ਤੇ ਜਿਹੜੇ ਦੜਾਕ ਨੇ ਉਹ ਦੱਸਦੇ ਰਹੇ ਨੇ ਕਿ ਸਾਨੂੰ ਖਾਣ ਪੀਣ ਵੀ ਉਹਨਾਂ ਜਿੰਨਾ ਚਾਹੀਦਾ ਆ ਅੰਤਰਰਾਸ਼ਟਰੀ ਪੱਧਰ ਦਾ ਉਹ ਨਹੀਂ ਮਿਲਦਾ। ਡਰੈਸਿਸ, ਇਕਵਿਪਮੈਂਟਸ, ਖੁਰਾਕ ਤੇ ਕੋਚ, ਇਹਨਾਂ ਚੀਜ਼ਾਂ ਨਾਲ ਭਾਰਤ ਜਿਹੜਾ ਆ ਬਹੁਤ ਬੁਰੇ ਤਰੀਕੇ ਨਾਲ ਜੂਝ ਰਿਹਾ ਕਿਉਂਕਿ ਡਿਵੈਲਪਿੰਗ ਕੰਟਰੀ ਆ, ਬਹੁਤ ਸਾਰਿਆਂ ਸਾਧਨਾਂ ਦੀ ਕਮੀ ਵੀ ਆ। ਪਰ ਜਦੋਂ ਅਸੀਂ ਦੂਜੇ ਪਾਸੇ ਨੂੰ ਦੇਖਦੇ ਹਾਂ ਸਵਲੀਨ ਜੀ, ਤੇ ਗੰਗਾ ਦੀ ਸਫਾਈ ਲਈ ਜਿਹੜਾ ਨਮਾਮੀ ਗੰਗੇ ਪ੍ਰੋਜੈਕਟ ਭਾਰਤ ਸਰਕਾਰ ਨੇ ਸ਼ੁਰੂ ਕੀਤਾ, ਉਹਦੇ ਉੱਤੇ ਹੀ ਇਹ 30-40 ਹਜ਼ਾਰ ਕਰੋੜ ਰੁਪਈਆ ਖਰਚ ਚੁੱਕਿਆ ਤੇ ਗੰਗਾ ਫੇਰ ਨਹੀਂ ਸਾਫ਼ ਹੋਈ। ਇੱਦਾਂ ਹੀ ਪੈਸੇ ਤਾਂ ਇਹਨਾਂ ਨੇ ਬਹੁਤ ਦਿੱਤੇ ਹੋਣਗੇ ਖਿਡਾਰੀਆਂ ਲਈ ਜਿਹੜੀਆਂ ਸੰਸਥਾਵਾਂ ਆ, ਪਰ ਉਹ ਪੈਸੇ ਐਂਡ ਤੱਕ ਕਿੱਦਾਂ ਪਹੁੰਚਦੇ ਆ ਤੇ ਜਿਹੜੇ ਸਟੇਡੀਅਮ ਹੈਗੇ ਨੇ ਉਹਨਾਂ ਨੂੰ ਚਲਾਉਣ ਵਾਲੇ ਲੋਕ ਹੀ ਜਦੋਂ ਆਪਣੇ ਖਿਡਾਰੀਆਂ ਦੇ ਕਤਲ ਕਰਦੇ ਨੇ, ਉਹ ਦਿੱਲੀ ਦਾ ਵਾਲਾ ਮਾਮਲਾ ਉਸੇ ਹਰਿਆਣੇ ਨਾਲ ਜੁੜਿਆ ਹੋਇਆ। ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ ਤੇ ਫਿਰ ਸਾਨੂੰ ਨਜ਼ਰ ਆਉਂਦਾ ਹੈ ਕਿ ਤੰਤਰ ਦੇ ਵਿੱਚ ਕਮੀਆਂ ਜਿਹੜੀਆਂ ਨੇ ਉਹ ਬੇਤਹਾਸ਼ਾ ਨੇ। ਪਰ ਇਹ ਜਿਹੜੀ ਮਸ਼ਹੂਰੀ ਪੂਰੀ ਅਖਬਾਰ ਦੇ ਇੱਕ ਵੱਡੇ ਪੇਜ ਤੇ ਇਹਨਾਂ ਨੇ ਦਿੱਤੀ ਹੈ ਤੇ ਇਹੋ ਜਿਹੀਆਂ ਐਡਵਰਟਾਈਜ਼ਮੈਂਟ ਪੰਜਾਬ ਸਰਕਾਰ ਨੇ ਵੀ ਦਿੱਤੀਆਂ ਸੀ। ਇਹਨਾਂ ਨੇ ਦੱਸਿਆ ਸੀਗਾ ਕਿ ਅਸੀਂ 2.25 ਕਰੋੜ ਰੁਪਈਆ 골ਡ ਜੇਤੂ ਨੂੰ ਦੇਵਾਂਗੇ ਤੇ 1.5 ਕਰੋੜ ਰੁਪਈਆ ਜਿਹੜਾ ਆ ਉਹ ਸਿਲਵਰ ਜੇਤੂ ਨੂੰ ਦੇਵਾਂਗੇ ਤੇ 1 ਕਰੋੜ ਰੁਪਈਆ ਜਿਹੜਾ ਆ ਉਹ ਬ੍ਰੌਂਜ਼ ਜਿਹੜਾ
ਤਾਂਬੇ ਦਾ ਤਮਗਾ ਜਿੱਤ ਕੇ ਲਿਆਊਗਾ ਉਹਨੂੰ ਦੇਵਾਂਗੇ। ਇਹ ਪੈਸੇ ਦੇਣੇ ਚਾਹੀਦੇ ਨੇ, ਮੈਂ ਇਹਦੇ ਖਿਲਾਫ ਨਹੀਂ। ਖਿਡਾਰੀਆਂ ਨੂੰ ਜਿੱਤਣ ਤੋਂ ਬਾਅਦ ਚੰਗੀ ਜ਼ਿੰਦਗੀ, ਚੰਗੀਆਂ ਨੌਕਰੀਆਂ ਤੇ ਉਹਨਾਂ ਦਾ ਜਿਹੜਾ ਹੌਸਲਾ ਅਫਜ਼ਾਈ ਹੈ ਉਹ ਕਰਨੀ ਬਣਦੀ ਹੈ, ਤਾਂ ਜੋ ਜਿਹੜੀ ਜਿੰਨਾ ਸਮਾਂ ਉਹਨਾਂ ਨੇ ਦੇਸ਼ ਦੇ ਲੇਖੇ ਲਾਇਆ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਢੰਗ ਦਾ ਕਰ ਸਕਣ। ਪਰ ਇਹ ਪੈਸੇ ਤੁਸੀਂ ਆਪਣੀ ਮਸ਼ਹੂਰੀ ਲਈ ਨਾ ਦਿਓ ਕਿ ਅਸੀਂ ਖਿਡਾਰੀਆਂ ਨੂੰ ਪੈਸੇ ਦੇ ਰਹੇ ਹਾਂ। ਖਿਡਾਰੀਆਂ ਨੂੰ ਉਹਨਾਂ ਦਾ ਵਾਤਾਵਰਣ ਦਿਓ, ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਦੀਆਂ ਆ ਉਹ ਚੀਜ਼ਾਂ ਦਿਓ, ਕੋਚ ਦਿਓ, ਲੋਕਾਂ ਦੇ ਵਿੱਚ ਖੇਡਣ ਲਈ ਉਤਸ਼ਾਹ ਬਣੇ। ਜਿੰਨਾ ਮਾਪੇ ਜ਼ੋਰ ਲਾਉਂਦੇ ਆ ਕਿ ਕਾਕਾ ਤੂੰ ਪੜ੍ਹਾਈ ਕਰ ਲਾ, ਉਨਾ ਹੀ ਜ਼ੋਰ ਲਾਉਣ ਪਏ ਤੂੰ ਖੇਡ ਲਾ। ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਕਿੰਨੇ ਕੁ ਪਿੰਡ ਨੇ ਜਿੱਥੇ ਸਟੇਡੀਅਮ ਨੇ। ਮੇਰਾ ਖਿਆਲ 10 ਪਿੰਡਾਂ ਤੋਂ ਬਾਅਦ ਜਿਹੜੇ ਹਾਈ ਸਕੂਲ ਨੇ ਉੱਥੇ ਕਿਤੇ ਛੋਟੀ ਮੋਟੀ ਗਰਾਊਂਡ ਆ, ਤੇ ਉਹਨਾਂ ਦੇ ਵਿੱਚ ਵੀ ਹਾਲਾਤ ਜਿਹੜੇ ਨੇ, ਕੋਚ ਹੈਗੇ ਨੇ ਕਿ ਨਹੀਂ ਹੈਗੇ ਨੇ, ਬਹੁਤ ਨਿਮਨ ਸਤਰ ਦਾ ਜਿਹੜਾ ਹਾਲਾਤ ਨੇ ਉਹ ਚੱਲ ਰਹੇ ਨੇ। ਸੋ ਓਲੰਪਿਕਸ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਭਾਰਤ ਦੀ ਜਿਹੜੀ ਟੀਮ ਗਈ ਆ 130-31 ਮੈਂਬਰਾਂ ਦੀ ਟੀਮ ਆ, ਤੇ ਚੰਗੇ ਗੋਲਡ ਅਸੀਂ ਜਿੱਤ ਕੇ ਲਿਆਈਏ ਤੇ ਪਿਛਲੀ ਵਾਰ ਨਾਲੋਂ ਆਪਣੇ ਰਿਕਾਰਡ 'ਚ ਸੁਧਾਰ ਕਰੀਏ, ਤੇ ਜਿਹੜੇ ਖਿਡਾਰੀ ਆ ਉਹਨਾਂ ਦਾ ਮਨੋਬਲ ਵਧਾਉਣ ਲਈ ਅਸੀਂ ਕਾਮਨਾ ਕਰਦੇ ਹਾਂ। ਸਾਰੇ ਦਰਸ਼ਕਾਂ ਨੂੰ ਵੀ ਕਰਦੇ ਹਾਂ ਕਿ ਇਹਨਾਂ ਗੇਮਾਂ ਨੂੰ ਦੇਖਿਆ ਵੀ ਜਾਵੇ, ਪਰ ਸਰਕਾਰਾਂ ਨੂੰ ਵੀ ਇਹ ਜਿਹੜੀ ਇੱਕ ਸਲਾਹ ਆ ਕਿ ਤੁਸੀਂ ਇਨਾਮ ਦੀ ਰਾਸ਼ੀ ਤਾਂ ਦੇਤੀ ਆ, ਉਹਨਾਂ ਦੇ ਇਨਫਰਾਸਟ੍ਰਕਚਰ ਦੇ ਉੱਤੇ ਵੀ ਕੰਮ ਜਿਹੜਾ ਉਹ ਕਰਨਾ ਬਣਦਾ। ਜੀ ਸ਼ਰਮਾ ਜੀ, ਮੁੱਦੇ ਹਾਲੇ ਹੋਰ ਵੀ ਬੜੇ ਨੇ, ਪਰ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੋ ਗਿਆ। ਤੁਸੀਂ ਸਟੂਡੀਓ 'ਚ ਆ ਕੇ ਦਰਸ਼ਕਾਂ ਦੇ ਅੱਗੇ ਆਪਣੇ ਵਿਚਾਰ ਰੱਖੇ ਨੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।